ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇ ਘਰ ਨੇ ਗੁਰਮੁਖ ਨੂੰ ਇੰਨੀ ਕੁ ਸੁਖਾਲੀ ਅਵਸਥਾ ਔਰ ਇੰਨੀ ਕੁ ਉੱਚੀ ਅਵਸਥਾ ਬਖਸ਼ ਕਰ ਦਿੱਤੀ ਹੈ ਕਿ ਇੱਕ ਗੁਰੂ ਨਾਨਕ ਦਾ ਸਿੱਖ ਜੇਕਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਦੱਸੀ ਹੋਈ ਭਗਤੀ ਦੇ ਮੁਤਾਬਕ, ਉਹਨਾਂ ਦੇ ਮਾਰਗ ਦੇ ਮੁਤਾਬਕ, ਉਹਨਾਂ ਦੀ ਜੁਗਤ ਦੇ ਮੁਤਾਬਕ ਚੱਲ ਪੈਂਦਾ ਹੈ ਤੇ ਮਾਲਕ ਤੋਂ ਇੱਕ ਖਿੰਨ ਵੀ ਨਹੀਂ ਵਿਸਰ ਸਕਦਾ, ਇੱਕ ਖਿੰਨ ਦਾ ਵੀ ਵਿਛੋੜਾ ਨਹੀਂ। ਜੇਕਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਦੱਸੀ ਹੋਈ ਜੁਗਤ ਦੇ ਮੁਤਾਬਕ ਆਪਾਂ ਚੱਲ ਪਈਏ ਤਾਂ, ਉਹਨਾਂ ਦੀ ਦੱਸੀ ਹੋਈ ਵਿਧੀ ਦੇ ਮੁਤਾਬਕ ਚੱਲ ਪਈਏ। ਪਰ ਸਭ ਤੋਂ ਪਹਿਲਾਂ ਭਗਤੀ ਦਾ ਭੇਤ ਲੈਣ ਤੋਂ ਪਹਿਲਾਂ ਸਾਨੂੰ ਉਹ ਉਦਮ ਕਰਨਾ ਪੈਂਦਾ ਹੈ ਜਿਹਦੇ ਨਾਲ ਉਹ ਭਗਤੀ ਸਾਨੂੰ ਕਰਨੀ ਆਉਂਦੀ ਹੈ, ਜਿਹੜੀ ਭਗਤੀ ਉਹ ਪ੍ਰਗਟ ਹੁੰਦੀ ਹੈ, ਜਿਹੜੀ ਉਹ ਕਲਾ ਹੈ, ਜਿਹੜੀ ਉਹ ਜੁਗਤ ਹੈ ਵੀ ਜਿਹਦੇ ਵਿੱਚ ਉਹ ਕਲਾ ਧਾਰਨ ਕਰਨ ਤੋਂ ਬਾਅਦ ਇੱਕ ਖਿੰਨ ਵੀ ਸਾਨੂੰ ਮਾਲਕ ਸਹਿਜ ਸੁਭਾਅ ਹੀ ਨਹੀਂ ਵਿਸਰਦਾ। ਉਹਦੇ ਲਈ ਪਹਿਲਾਂ ਉਦਮ ਕਰਨਾ ਪੈਂਦਾ, ਸਿੱਧੀ ਨਹੀਂ ਉਹ ਭਗਤੀ ਪ੍ਰਗਟ ਹੁੰਦੀ। ਵੀ ਸਿੱਧਾ ਤੁਸੀਂ ਕਹੋ ਵੀ ਉਹ ਜੁਗਤੀ ਕੋਈ ਸਾਨੂੰ ਵੀ ਦੱਸ ਦਿਓ, ਕੋਈ ਉਹ ਪੁਆਇੰਟ ਸਾਨੂੰ ਵੀ ਦੱਸ ਦਿਓ ਵੀ ਮਾਲਕ ਇੱਕ ਖਿੰਨ ਵੀ ਨਾ ਵਿਸਰੇ, ਤੇ ਉਹ ਜੁਗਤੀ ਉਹ ਪੁਆਇੰਟ ਉਹ ਕਲਾ ਲੈਣ ਵਾਸਤੇ ਪਹਿਲਾਂ ਉਦਮ ਕਰਨਾ ਪੈਂਦਾ। ਫਿਰ ਉਹ ਐਸਾ ਨਿਰੰਕਾਰ ਦਾ ਉਹ ਪੁਆਇੰਟ ਹੈ, ਐਸਾ ਨਿਰੰਕਾਰ ਦੇ ਉੱਤੇ ਧਿਆਨ ਲੱਗ ਜਾਂਦਾ ਹੈ ਕਿ ਇੱਕ ਖਿੰਨ ਨਹੀਂ ਮਾਲਕ ਵਿਸਰਦਾ ਤੇ ਨਾ ਹੀ ਮਨ ਕੁਛ ਮੁੱਖੋਂ ਬੋਲਦਾ, ਨਾ ਹੀ ਬੋਲਦਾ, ਨਾ ਹੀ ਵੇਖਦਾ, ਨਾ ਹੀ ਸੁਣਦਾ, ਪਰ ਫਿਰ ਵੀ ਧਿਆਨ ਲੱਗਾ ਰਹਿੰਦਾ। ਵੇਖੋ, ਨਾ ਹੀ ਤਾਂ ਬੋਲਦਾ, ਨਾ ਹੀ ਵੇਖਦਾ, ਨਾ ਹੀ ਸੁਣਦਾ, ਪਰ ਫਿਰ ਵੀ ਉਹਦੇ ਵਿੱਚ ਸਮਾਇਆ ਰਹਿੰਦਾ ਹੈ। ਉਹਨੂੰ ਵੇਖੀ ਵੀ ਜਾਂਦਾ ਹੈ, ਉਹਨੂੰ ਸੁਣੀ ਵੀ ਜਾਂਦਾ ਹੈ ਤੇ ਉਹਨੂੰ ਬੋਲੀ ਵੀ ਜਾਂਦਾ ਹੈ। ਅੱਖਾਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਉਹ ਕਲਾ ਪ੍ਰਗਟ ਹੋ ਜਾਂਦੀ ਹੈ। ਜਿਹਨੂੰ ਮਹਾਰਾਜ ਕਹਿੰਦੇ ਪਏ ਨੇ, ਜਾ ਕੋ ਮਹਿਲ ਹਜੂਰ ਦੂਜੇ ਨਿਵੇਂ ਕਿਸ, ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ। ਕਹਿੰਦੇ ਜਿਨ੍ਹਾਂ ਨੂੰ ਮਹਿਲ ਦਾ ਉਹ ਭੇਤ ਖੁੱਲ ਗਿਆ, ਉਹ ਪ੍ਰਗਟ ਹੋ ਗਿਆ, ਉਹ ਦੂਜੇ ਨੂੰ ਕੀ ਨਿਉਣਗੇ, ਉਹ ਦੂਜੇ ਦੇ ਕੋਲ ਉਹ ਦੂਸਰੇ ਦਰ ਤੱਕ ਜਾਣ ਦੀ ਉਹਨਾਂ ਦੀ ਝਾਕ ਹੀ ਨਹੀਂ ਰਹਿੰਦੀ। ਫਿਰ 10 ਦਰ ਨੇ, ਜਦੋਂ 10ਵਾਂ ਲੱਭ ਗਿਆ ਫਿਰ ਜਿਹੜੇ 9 ਦਰਵਾਜ਼ੇ ਆ ਇਹਨਾਂ ਦੇ ਵਿੱਚੋਂ ਸੁਰਤੀ ਨਿਕਲ ਜਾਂਦੀ। ਇਹਨਾਂ 9 ਦਰਵਾਜ਼ਿਆਂ ਦੇ ਫਿਰ ਮਨ ਨਹੀਂ ਝੁਕਦਾ। ਇਹਨਾਂ 9 ਦਰਵਾਜ਼ਿਆਂ ਦੇ ਵਿੱਚ 68 ਹੱਟਾਂ ਨੇ ਜਿੱਥੇ ਮਨ ਝੁਕਦਾ ਹੈ ਜਾ ਜਾ ਕੇ। 68 ਹੱਟਾਂ ਤੋਂ ਭਾਵ ਨੇ ਕਿ 3 ਹੱਟ ਸਾਡੇ ਸਰੀਰ ਦੇ ਵਿੱਚ ਮੁੱਖ ਆ। ਇੱਕ ਰਜੋਗੁਣ ਦੀ ਹੱਟ ਹੈ ਜਿਹਦੇ ਵਿੱਚੋਂ ਆਸ਼ਾਵਾਂ, ਅਭਿਲਾਸ਼ਾਵਾਂ, ਤ੍ਰਿਸ਼ਨਾਵਾਂ, ਸੰਸੇ, ਫੁਰਨੇ, ਫਿਕਰਾਂ ਇਹ ਮਿਲਦੇ। ਗ੍ਰਸਤ ਦਾ ਜੀਵਨ ਸਾਰਾ ਇਹ ਵਪਾਰ, ਧਨ ਦੌਲਤ, ਇਹ ਜੋ ਵਿਚਾਰ ਨੇ ਉਹ ਮਿਲਦੇ ਨੇ ਆਪਾਂ। ਦੂਜੀ ਹੱਟ ਹੈ ਤਮੋ ਗੁਣ ਦੀ, ਜਿਹਦੇ ਵਿੱਚੋਂ ਬੁਰਿਆਈ, ਕਾਮ, ਕ੍ਰੋਧ, ਨਿੰਦਿਆ, ਲੋਭ, ਮੋਹ, ਵਕਾਰ, ਉਸਤਤ ਵਿਕਾਰਾਂ ਦੇ ਵਿੱਚ ਆ ਕੇ ਨਿੰਦਾ, ਦਵੈ, ਤੀਰਖਾ, ਝਗੜਾ, ਜੋ ਵੀ ਆਪਾਂ ਵਕਾਰੀ ਗੁਣ ਨੇ, ਬੁਰਿਆਈਆਂ ਨੇ, ਇਹ ਸਾਰੀਆਂ ਤਮੋ ਗੁਣ ਦੀ ਹੱਟ ਤੋਂ ਮਿਲਦੀਆਂ। ਸਮਾਜਿਕ ਬੁਰਿਆਈਆਂ ਨੇ, ਮਨੋ ਬੁਰਿਆਈਆਂ। ਤੀਜੀ ਹੱਟ ਹੈ ਸਤੋ ਗੁਣ ਦੀ, ਉਹਦੇ ਵਿੱਚੋਂ ਬੰਦਾ ਸਹਿਣਸ਼ੀਲਤ ਹੋ ਜਾਂਦਾ ਹੈ, ਜਤੀ ਹੋ ਜਾਂਦਾ ਹੈ, ਸਤੀ ਹੋ ਜਾਂਦਾ ਹੈ, ਧਰਮੀ ਹੋ ਜਾਂਦਾ ਹੈ, ਪਰ ਉਹਨੂੰ ਮਾਲਕ ਦਾ ਭੇਤ ਨਹੀਂ ਹੁੰਦਾ। ਦੁਨਿਆਵੀ ਤੌਰ ਤੇ ਉਹ ਜਤੀ ਸਤੀ ਹੋ ਜਾਂਦਾ ਹੈ, ਸਹਿਣਸ਼ੀਲ ਹੋ ਜਾਂਦਾ ਹੈ, ਸੰਤੋਖ ਵਿੱਚ ਆ ਜਾਂਦਾ ਹੈ, ਪਰ ਮਨੋਂ ਹਉਮੈ ਨਹੀਂ ਜਾਂਦੀ, ਆਪਾ ਨਹੀਂ ਖਤਮ ਹੁੰਦਾ। ਇਹ 3 ਹੱਟਾਂ ਨੇ। 3 ਤੋਂ ਅੱਗੇ 12 ਬਣਦੀਆਂ ਨੇ, 12 ਤੋਂ ਅੱਗੇ 24 ਬਣਦੀਆਂ ਨੇ, 24 ਤੋਂ ਅੱਗੇ 68 ਬਣ ਜਾਂਦੀਆਂ ਨੇ। 68 ਹੱਟਾਂ ਨੇ ਤੇ ਇਹ 9 ਦਰਵਾਜ਼ਿਆਂ ਦੇ ਵਿੱਚ ਨੇ। ਇਸ ਕਰਕੇ ਇਹ 9 ਦਰਾਂ ਦੇ ਵਿੱਚ ਝੁਕਦਾ ਫਿਰਦਾ ਮਨ। ਜੇ 9 ਦਰਵਾਜ਼ੇ, ਜੇ ਸਾਡਾ ਅੰਦਰੋਂ 68 ਹੱਟਾਂ ਨਾਲ ਸੰਪਰਕ ਹੋਏਗਾ, ਬਾਹਰੋਂ ਕਦੇ ਅਸੀਂ ਕਿਸੇ ਆਕਾਰ ਦੀ ਪੂਜਾ ਕਰਾਂਗੇ, ਕਦੇ ਪੱਥਰ ਦੀ, ਕਦੇ ਰੁੱਖ ਦੀ, ਕਦੇ ਦੀਵੇ ਲਾਵਾਂਗੇ, ਕਦੇ ਮੜੀਆਂ ਤੇ ਮਸਾਣੀਆਂ ਤੇ ਜਾਵਾਂਗੇ, ਕਦੇ ਆਕਾਰ ਨੂੰ ਪੂਜਾਂਗੇ, ਕਦੇ ਕਿਸੇ ਦੇ ਫੋਟੋ ਨੂੰ ਪੂਜਾਂਗੇ, ਕਿਸੇ ਦੇ ਪੈਰਾਂ ਨੂੰ ਪੂਜਾਂਗੇ, ਧੱਕੇ ਖਾਂਦੇ ਫਿਰਾਂਗੇ ਕਿਉਂਕਿ ਦਰ ਨਹੀਂ ਲੱਭਿਆ। ਜਦੋਂ ਉਹ ਉਦਮ ਕਰ ਲਿਆ, ਉਹ ਜੁਗਤ ਗੁਰੂ ਨਾਨਕ ਨੇ ਜੋ ਸਾਨੂੰ ਸਮਝਾਈ ਹੈ, ਸੱਚੇ ਪਿਤਾ ਨੇ ਸਾਨੂੰ ਸਮਝਾਈ ਆ, ਉਹ ਪ੍ਰਗਟ ਹੋ ਗਈ ਤੇ ਸਹਿਜ ਸੁਭਾਅ ਹੀ ਮਾਲਕ ਦੀ ਭਗਤੀ ਹੋਈ ਜਾਂਦੀ ਹੈ। ਸਹਿਜ ਸੁਭਾਅ ਹੀ ਉਹਦੇ ਵਿੱਚ ਧਿਆਨ ਲੱਗਾ ਰਹਿੰਦਾ, ਆਪੇ ਹੀ ਵਿਖੀ ਜਾਂਦਾ ਹੈ, ਆਪੇ। ਉਹ ਕਹਿੰਦੇ ਵੇਖੀਏ ਕਿਹਨੂੰ, ਹੈ ਹੀ ਉਹ।
ਵੇਖਣ ਤੋਂ ਭਾਵ ਇਹ ਕਹਿੰਦੇ ਵੇਖੀਏ ਕਿਹਨੂੰ, ਹੈ ਹੀ ਉਹ, ਤੇ ਸੁਣੀਏ ਕਿਹਨੂੰ, ਹੈ ਹੀ ਉਹ, ਤੇ ਬੋਲੀਏ ਕਿਹਦੇ ਬਾਰੇ, ਹੈ ਹੀ ਉਹ, ਤੇ ਕਹਿੰਦੇ ਵੇਖਣ ਸੁਣਨ ਬੋਲਣ ਵਾਲਾ ਕੌਣ ਹੈ ਹੀ ਉਹ। ਪਰ ਇਹ ਉਦੋਂ ਬਣਨੀ ਆ ਗੁਰਮੁਖੋ, ਪਹਿਲੋਂ ਨਾ ਆਪਾਂ ਇੱਥੋਂ ਤੱਕ ਪਹੁੰਚ ਸਕਦੇ ਹਾਂ, ਉਦੋਂ ਬਣਨੀ ਜਦੋਂ ਤੁਸੀਂ ਡਿਫਰੈਂਸ ਕਰ ਲਓਗੇ। ਪਹਿਲੋਂ ਕਰਨਾ ਹੈ ਮਾਇਆ ਤੇ ਬ੍ਰਹਮ ਦਾ ਡਿਫਰੈਂਸ, ਵਿਚਾਰਾਂ ਨੂੰ ਤੇ ਸੱਚ ਨੂੰ ਅਲੱਗ ਕਰ ਦਿਓ, ਫਿਰ ਸੱਚ ਵਿੱਚ ਸਮਾ ਜਾਾਂਗੇ, ਫਿਰ ਇਹ ਖੇਲ ਬਣੇਗਾ। ਮਾਇਆ ਬ੍ਰਹਮ ਰਮੈ ਸਭ ਰੰਗ, ਰਮੈ ਸਭ ਸੰਗ, ਇਹ ਰਮੇ ਹੋਏ ਆ, ਇੱਕ ਦੂਜੇ ਦੇ ਸੰਗ ਵਸੇ ਹੋਏ ਆ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀ ਹੈ ਨਾਨਕਾ ਆਪੇ ਹੀ ਫਿਰ ਜਾ। ਇਹ ਇੱਕ ਦੂਜੇ ਦੇ ਵਿੱਚ ਆ। ਜੈ ਦੇਖੋ ਤੈ ਰਵ ਰਹਿਆ ਸਿਵ ਸ਼ਕਤੀ ਕਾ ਮੇਲ, ਤ੍ਰੈ ਗਣਬੱਦੀ ਦੇਹੁਰੀ ਜੋ ਆਇਆ ਜਗ ਸੁਖੀ। ਸੋ ਇਹ ਖੇਲ ਆਪਣਾ ਚੱਲਦਾ ਪਿਆ, ਪਰ ਮਹਾਰਾਜ ਨੇ ਕਹਿ ਦਿੱਤਾ ਵੀ ਉਹਦੇ ਲਈ ਉਦਮ ਕਰਨਾ ਪਏਗਾ। ਉਦਮ ਵੀ ਉਸੇ ਤਰੀਕੇ ਦਾ ਹੀ ਹੈ। ਉਦਮ ਇਹ ਗੁਰਮੰਤਰ ਦੀ ਧੁਨ ਵਿੱਚ ਧਿਆਨ ਲਗਾਉਣਾ, ਸਾਧ ਸੰਗਤ ਦੀ ਸੇਵਾ ਕਰਨੀ, ਗਿਆਨ ਪ੍ਰਾਪਤ ਕਰਨਾ, ਅਕਥ ਦਾ ਗਿਆਨ ਪ੍ਰਾਪਤ ਕਰਨਾ, ਫਿਰ ਉਹਨੂੰ ਸੁਣਨਾ ਤੇ ਫਿਰ ਉਹਨੂੰ ਧਾਰਨ ਕਰਨਾ। ਪਹਿਲੋਂ ਗਿਆਨ ਉਹ ਸੱਚੀ ਸੰਗਤ ਦੀ ਭਾਲ ਕਰਨੀ, ਸੱਚੀ ਸੰਗਤ ਵਿੱਚ ਜਾ ਕੇ ਅਕਥ ਦੇ ਗਿਆਨ ਨੂੰ ਸੁਣਨਾ। ਤੀਜਾ ਸਟੈਪ ਹੈ ਉਹਨੂੰ ਸੁਣ ਕੇ ਮੰਨ ਕੇ ਆਪਦੇ ਮਨ ਦੇ ਵਿੱਚ ਵਸਾ ਕੇ ਉਹਨੂੰ ਧਾਰਨ ਕਰਕੇ ਅੱਗੇ ਉਹਦੇ ਤੇ ਚੱਲਣਾ। ਫਿਰ ਉਹ ਭਗਤੀ ਦਾ ਜਦੋਂ ਸੰਪੂਰਨ ਭੇਤ ਆਉਂਦਾ ਅਕਥ ਦੀ ਕਥਾ ਦੇ ਵਿੱਚੋਂ ਹੀ ਹੈ, ਸਾਧੂਆਂ ਦੇ ਸੰਗ ਦੇ ਵਿੱਚੋਂ ਹੀ ਆ। ਸਾਧੂ ਗਿਆਨ ਦਿੰਦੇ ਨੇ, ਨਾਲ ਦ੍ਰਿਸ਼ਟੀ ਦੁਆਰਾ ਤੇ ਬਚਨਾਂ ਦੁਆਰਾ ਕਿਰਪਾ ਵੀ ਕਰਦੇ ਆ। ਸੰਗਤ ਦੇ ਵਿੱਚ ਬੈਠ ਕੇ ਇਕੱਲਾ ਗਿਆਨ ਹੀ ਨਹੀਂ ਹੁੰਦਾ, ਸੰਗਤ ਵਿੱਚ ਬੈਠ ਕੇ ਸਾਡੇ ਤੇ ਕਿਰਪਾ ਵੀ ਹੁੰਦੀ ਹੈ। ਸਾਡੇ ਤੇ ਪਾਪਾਂ ਦੀ, ਸਾਡੇ ਮਨ ਦੇ ਉੱਤੇ ਜੋ ਬੋਝ ਆ, ਸਾਡੇ ਉੱਤੇ ਜੋ ਵਿਕਾਰਾਂ ਦੀ ਮੈਲ ਲੱਗੀ ਆ, ਉਹ ਵੀ ਕੱਟੇ ਜਾਂਦੇ ਆ। ਸਾਡੇ ਉੱਤੇ ਸ਼ਬਦ ਦੀ ਕਮਾਈ ਦੀ ਵੀ ਕਿਰਪਾ ਹੁੰਦੀ ਹੈ, ਅੰਮ੍ਰਿਤ ਦੀ ਵੀ ਕਿਰਪਾ ਹੁੰਦੀ ਹੈ। ਇਸੇ ਤਰੀਕੇ ਸਾਧੂਆਂ ਦੇ ਸੰਗ ਦੇ ਵਿੱਚ ਉਹਨਾਂ ਦੀ ਦ੍ਰਿਸ਼ਟੀ ਦੀ ਕਿਰਪਾ, ਉਹਨਾਂ ਦੇ ਬਚਨਾਂ ਦੀ ਕਿਰਪਾ, ਉਹਨਾਂ ਦੇ ਸੰਗ ਦੀ ਕਿਰਪਾ, ਉਹ ਤਾਂ ਸਰਗੁਣ ਨਿਰਗੁਣ ਦੋਨਾਂ ਚੋਂ ਕਿਰਪਾ ਕਰਦੇ ਆ ਸਾਡੇ ਤੇ, ਸੰਤ ਸਾਧੂ ਬ੍ਰਹਮ ਗਿਆਨੀ। ਸੋ ਜਦੋਂ ਕਹਿੰਦੇ ਜਾ ਕੋ ਮਹਿਲ ਹਜੂਰ ਦੂਜੇ ਨਿਵੇਂ ਕਿਸ, ਦਰ ਦਰਵਾਣੀ ਨਾਹੀ ਮੂਲੇ ਪੁੱਛ ਤਿਸ, ਛੁੱਟੇ ਤਾਂ ਕੇ ਬੋਹਲ ਸਾਹਿਬ ਨਦਰ ਜਿਸ। ਪਰ ਇੱਥੋਂ ਤੱਕ ਆਉਣ ਨੂੰ ਹਰ ਕੋਈ ਲੋਚਦਾ, ਤੇ ਬਾਹਲੇ ਜਿਹੜੇ ਆ ਆਪ ਦੇ ਉੱਤੇ ਬਹੁਤੇ ਇਹੀ ਵਿਸ਼ਵਾਸ ਕਰ ਲੈਂਦੇ ਆ ਵੀ ਨਹੀਂ ਅਸੀਂ ਤਾਂ ਹੁਣ, ਸਾਨੂੰ ਤਾਂ ਬੋਲਣ ਦੀ ਵੀ ਲੋੜ ਨਹੀਂ, ਅਸੀਂ ਤਾਂ ਬਹੁਤ ਬੜੇ ਹੋ ਗਏ। ਨਹੀਂ, ਇਹ ਕਾਫੀ ਸਹਿਜ ਦੀ ਅਵਸਥਾ ਆ, ਸਮਾਉਣ ਤੋਂ ਬਾਅਦ ਦੀ ਅਵਸਥਾ ਆ। ਤੇ ਇਸ ਕਰਕੇ ਕਹਿੰਦੇ ਜਿਨ੍ਹਾਂ ਨੂੰ ਮਹਿਲ ਪ੍ਰਗਟ ਹੋ ਗਿਆ, ਅੰਦਰ ਬਾਹਰ ਉਹ ਮਹਿਲ ਦੇ ਹਜੂਰ ਰਹਿੰਦੇ ਆ। ਦੂਜਾ ਕੋਈ ਨਿਉਣ, ਦੂਜੇ ਕਿਹਦੇ ਅੱਗੇ ਉਹ ਨਿਉਣ, ਉਹ ਕੁਦਾਰੀ ਨਹੀਂ ਰਹਿ ਜਾਂਦਾ। ਜਦੋਂ ਸੱਚ ਹੀ ਪ੍ਰਗਟ ਹੋ ਗਿਆ, ਹਰ ਇੱਕ ਦੇ ਵਿੱਚੋਂ ਸੱਚ ਉਹਨਾਂ ਨੂੰ ਦਿਖਦਾ ਹੈ, ਪ੍ਰਕਾਸ਼ ਦੇ ਸਨਮੁਖ ਰਹਿੰਦੇ ਆ, ਤੇ ਇਸੇ ਨੂੰ ਨਿਉਂਦੇ ਆ, ਇਸੇ ਦੀ ਸੇਵਾ ਕਰਦੇ ਆ, ਇਸੇ ਦਾ ਜਿਹੜਾ ਸਾਰਾ ਖੇਲ ਉਹ ਕਰਦੇ ਆ। ਦਰ ਦਰਵਾਣੀ ਨਾਹੇ ਮੂਲੇ ਪੁੱਛਤੇ ਸੀ, ਨਾ ਫਿਰ ਉਹਨਾਂ ਨੂੰ ਕੋਈ ਦਰ ਤੇ ਟੋਕ, ਨਾ ਦਰਵਾਣੀਆਂ ਪਾਸੋਂ ਜਿਹੜੇ ਇਹ ਹੈਗੇ ਆ ਕਾਮ ਕਰੋਲੋ ਮੋਹੰਕਾਰ ਆ, ਚਾਹੇ ਚਿੱਤਰਗੁਪਤਾ, ਚਾਹੇ ਧਰਮਰਾਏ ਆ, ਚਾਹੇ ਆਸ਼ਾ ਵਿਲਾਸ਼ਾ ਆ, ਇਹ ਕੋਈ ਇਹਨਾਂ ਨੂੰ ਕੋਈ ਟੋਕ ਹੀ ਨਹੀਂ ਹੈਗੀ ਜਿਨ੍ਹਾਂ ਨੇ ਮਹਿਲ ਪ੍ਰਗਟ ਹੋ ਗਿਆ। ਛੁੱਟੇ ਤਾਂ ਕੇ ਬੋਲ ਸਾਹਿਬ ਨਦਰ ਜਿਸ। ਫਿਰ ਉਹ ਕਹਿੰਦੇ ਮੁਖ ਦੇ ਬੋਲਾਂ ਦੁਆਰਾ ਜਾਂ ਮਨ ਦੇ ਬੋਲਾਂ ਦੁਆਰਾ ਨਹੀਂ ਸੱਚ ਦੀ ਸੇਵਾ ਕਰਦਾ, ਉਹ ਫਿਰ ਨਦਰ ਦੇ ਵਿੱਚ, ਹੁਕਮ ਦੇ ਵਿੱਚ ਰਹਿ ਕੇ ਸਤਿਗੁਰ ਦੀ ਸੇਵਾ ਕਰਦਾ ਹੈ। ਉਹ ਫਿਰ ਬੋਲਾਂ ਦੁਆਰਾ ਕਹਿੰਦੇ ਕਹੀ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ, ਕਹਿੰਦੇ ਤੇਰੀ ਸੋਭਾ ਕੀ ਕਰੀਏ। ਕਹਿ ਰਵਿਦਾਸ ਅਕਤ ਕਥਾ ਬਹੁ ਕਾਏ ਕਰੀਜੈ, ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਕਹਿੰਦੇ ਕੀ ਤੇਰੀ ਸ਼ਬਦ ਦੁਆਰਾ, ਕੀ ਤੇਰੀ ਗੁਰਮੰਤਰ ਦੁਆਰਾ, ਕੀ ਤੇਰੀ ਅਕਥ ਕਥਾ ਦੁਆਰਾ ਅਸੀਂ ਜਿਹੜੀ ਆ ਉਹ ਸਿਫਤ ਸਲਾਹੁਣਾ ਕਰੀਏ। ਕਿਉਂਕਿ ਜਿਵੇਂ ਦਾ ਤੂੰ ਹੈਗਾ ਉਹ ਉਪਮਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਆਪ ਜੀ ਉਪਮਾ ਤੋਂ ਬਾਹਰ ਹੋ। ਦੁਨਿਆਵੀ ਤੌਰ ਤੇ ਆਪ ਜੀ ਦੀ ਉਪਮਾ ਹੋ ਸਕਦੀ ਹੈ, ਪਰ ਅਸਲੀਅਤ ਦੇ ਤੌਰ ਤੇ ਜੇ ਕਹੀਏ ਵੀ ਆਪ ਜੀ ਦੀ ਉਪਮਾ ਕਰ ਦਈਏ ਜੋ ਆਪ ਹੋ, ਉਹ ਨਹੀਂ ਹੋ ਸਕਦੀ। ਕਿਉਂਕਿ ਆਪ ਦਾ ਭੇਤ ਵੀ ਤੁਸੀਂ ਆਪ ਦੇ ਰਹੇ ਹੋ, ਅਸੀਂ ਨਹੀਂ ਲਿਆ। ਅਸੀਂ ਲਈਏ ਕਿਹਦੇ ਤੋਂ? ਤੁਹਾਡੇ ਤੋਂ ਬਿਨਾਂ ਤੁਹਾਡਾ ਕੋਈ ਭੇਤ ਵੀ ਨਹੀਂ ਜਾਣਦਾ। ਤੇ ਜੇ ਦਿੱਤਾ ਹੈ ਤੇ ਤੁਸੀਂ ਦਿੱਤਾ ਹੈ, ਤੇ ਕਿਵੇਂ ਦਿੱਤਾ ਹੈ? ਸਿੱਧਾ ਵੀ ਦਿੱਤਾ ਹੈ ਤੇ ਕਿਸੇ ਦੇ ਜਰੀਏ ਦੇ ਰਾਹੀਂ ਵੀ ਦਿੱਤਾ ਹੈ, ਸਾਧੂ ਰਾਹੀਂ ਵੀ ਤੁਸੀਂ ਦਿੱਤਾ ਹੈ, ਅੰਤਰਗਤ ਵੀ ਤੁਸੀਂ ਦਿੱਤਾ ਹੈ, ਆਤਮਾ ਰਾਹੀਂ ਵੀ ਤੁਸੀਂ ਦਿੱਤਾ ਹੈ, ਤੇ ਵੇਦ ਗ੍ਰੰਥ ਸ਼ਾਸਤਰਾਂ ਰਾਹੀਂ ਵੀ ਤੁਸੀਂ ਦਿੱਤਾ ਹੈ, ਅਕਥ ਕਥਾ ਰਾਹੀਂ ਵੀ ਤੁਸੀਂ ਦਿੱਤਾ ਹੈ। ਭੇਤ ਤਾਂ ਦਿੱਤਾ ਹੈ, ਪਰ ਉਹਨੂੰ ਬੈਠ ਕੇ ਤੁਸੀਂ ਅੰਦਰ ਸਮਝਾਇਆ ਵੀ ਹੈ, ਤੇ ਕੀਤਾ ਹੀ ਸਾਰਾ ਤੁਸੀਂ ਹੈ। ਤੇ ਫਿਰ ਤੁਹਾਡੀ ਉਪਮਾ ਕੀ ਕਰੀਏ? ਤੁਸੀਂ ਕਰਤਾ ਹੋ, ਕਰਤੇ ਦੀ ਉਪਮਾ ਕੀ ਕੀਤੀ ਜਾ ਸਕਦੀ ਹੈ? ਹਾਂ, ਤੁਸੀਂ ਮੰਨ ਗਏ, ਅਸੀਂ ਮੰਨ ਲਿਆ ਵੀ ਤੁਸੀਂ ਕਰਤਾ ਹੋ, ਇਹੀ ਉਪਮਾ ਹੈ। ਏਕ ਓੰਕਾਰ ਸਤਨਾਮ ਕਰਤਾ ਪੁਰਖ। ਜਦੋਂ ਕਰਤਾ ਹੈ, ਕਰਤੇ ਤੋਂ ਭਾਵ ਕੀ ਹੈ? ਕਰ ਹੀ ਹੋ ਰਿਹਾ ਹੈ।
ਸੱਚ ਦੀ ਖੇਲ ਨੂੰ ਉਹ ਮੈਨੇਜ ਕਰ ਰਿਹਾ ਹੈ। ਸਭ ਤੋਂ ਵੱਡਾ ਮੈਨੇਜਰ ਤੂੰ ਆ ਮੇਰੇ ਮਾਲਕ। ਫਿਰ ਤੇਰੀ ਉਪਮਾ ਕੀ ਕੀਤੀ ਜਾ ਸਕਦੀ ਹੈ, ਦੱਸੋ ਮੈਨੂੰ। ਇਸ ਕਰਕੇ ਕਹਿੰਦੇ ਉਪਮਾ ਤਾਂ ਕੀਤੀ ਆ ਮਨ ਮੰਨ ਜਾਵੇ। ਦੁਨੀਆ ਦੇ ਵਿੱਚ ਤੇਰਾ ਭੇਤ ਅਸੀਂ ਫੈਲਾ ਦਈਏ, ਦੁਨੀਆ ਦੇ ਵਿੱਚ ਤੇਰਾ ਭੇਤ ਅਸੀਂ ਦੇ ਦਈਏ, ਇੱਕ ਲੋਕਾਂ ਨੂੰ ਕਰਕੇ ਸੁਣਾਈਏ। ਹੋਰ ਤੇਰੀ ਉਪਮਾ ਦੇ ਨਾਲ ਤੇਰੀ ਭਗਤੀ ਨਹੀਂ ਹੋ ਸਕਦੀ। ਤੇਰੀ ਉਪਮਾ ਦੇ ਨਾਲ, ਤੇਰੇ ਸ਼ਬਦਾਂ ਦੁਆਰਾ ਤੈਨੂੰ ਨਹੀਂ ਪਕੜਿਆ ਜਾ ਸਕਦਾ। ਉਹ ਤਾਂ ਇੱਕ ਮਨ ਨੂੰ ਮਨਾਉਣ ਦੇ ਲਈ ਆ। ਮਨ ਤੇਰੇ ਦਰ ਤੇ ਆ ਕੇ ਬਹਿ ਜਾਵੇ ਬਸ। ਤੇਰੀ ਕੀ ਕਰੀਏ, 100 ਸਾਲ ਤੇਰੀ ਉਪਮਾ ਕਰੀ ਜਾਈਏ, ਖਤਮ ਨਹੀਂ ਹੁੰਦੀ। 1000 ਜਨਮ ਲੈ ਕੇ ਹਜ਼ਾਰਾਂ ਸਾਲ ਮੈਂ ਤੇਰੀ ਉਪਮਾ, 4 ਯੁੱਗ ਤੋਂ 40 ਯੁੱਗ ਤੇਰੀ ਮੈਂ ਉਪਮਾ ਕਰੀ ਜਾਵਾਂ ਤੇ ਤੇਰੀ ਉਪਮਾ ਖਤਮ ਨਹੀਂ ਹੁੰਦੀ। ਫਿਰ ਉਹ ਉਪਮਾ ਨੂੰ ਦਰਜਾ ਕੀ ਦੇਵਾਂ ਮੈਂ? ਤੇਰਾ 80 ਯੁੱਗ, 80,000 ਯੁੱਗ, 80 ਲੱਖ ਯੁੱਗ, 80 ਲੱਖ ਨੂੰ 80 ਲੱਖ ਨਾਲ ਗੁਣਾ ਕਰਦਿਆਂ ਇੰਨਾ ਬੈਠ ਕੇ ਮੈਂ ਤੇਰਾ ਗੁਰਮੰਤਰ ਕਰੀ ਜਾਵਾਂ ਤਾਂ ਤੇਰੀ ਸੀਮਾ ਨਹੀਂ ਹੈਗੀ। ਫਿਰ ਮੈਂ ਕੀ ਦਰਜਾ ਦਿਆਂ ਗੁਰਮੰਤਰ ਨੂੰ? ਮੈਂ ਕੀ ਦਰਜਾ ਦਿਆਂ ਤੇਰੀ ਕਥਾ ਨੂੰ? ਮੈਂ ਕੀ ਦਰਜਾ ਦਿਆਂ ਤੇਰੀ ਭੇਤ ਨੂੰ? ਮੈਂ ਕਰੀ ਜਾਣਾ ਤੇ ਉਹ ਤੇਰੇ ਵਿੱਚ ਸਮਾਈ ਜਾਣਾ, ਕਰੀ ਜਾਣਾ ਸਮਾਈ ਜਾਣਾ, ਕਰੀ ਜਾਣਾ ਸਮਾਈ ਜਾਣਾ। ਫਿਰ ਗਿਣਤੀ ਮਿਣਤੀ ਮੈਂ ਕੀ ਕਰਾਂ ਜਦੋਂ ਕੀਤੀ ਤੂੰ ਆ ਸਾਰੀ? ਗਿਣਤੀ ਮਿਣਤੀ ਤੇਰੀ, ਤੇ ਤੇਰੀ ਗਿਣਤੀ ਮਿਣਤੀ ਵਿੱਚ ਹੀ ਤੈਨੂੰ ਗਿਣੀ ਮਿਣੀ ਜਾਵਾਂ। ਥਿਤ ਵਾਰ ਨਾ ਜੋਗੀ ਜਾਣੇ ਰੁੱਤਮਾ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ। ਥਿਤ ਵਾਰ ਰੁੱਤ ਮਾਂ ਸਾਰੇ ਤੇਰੇ ਬਣਾਏ, ਤੇਰੇ ਬਣਾਇਆ ਚ ਤੈਨੂੰ ਗਿਣਾ। ਕਿੱਡਾ ਵੱਡਾ ਭਰਮ ਹੈ ਮੇਰੇ ਚ। ਹੈ ਹੀ ਤੂੰ, ਇਹ ਤੂੰ ਹੀ ਤੂੰ ਦਾ ਜਦੋਂ ਕਨਸੈਪਟ ਚੱਲਦਾ ਹੈ ਫਿਰ ਮਨ ਮੰਨ ਜਾਂਦਾ ਹੈ। ਮਨ ਹਰ ਇੱਕ ਦੇ ਵਿੱਚ ਪਿਆਰ ਦੀ ਨਿਗਾਹ ਨਾਲ ਸਭ ਨੂੰ ਦੇਖਦਾ ਹੈ। ਇਹ ਨਹੀਂ ਵੀ ਉੱਪਰੋਂ ਤੂੰ ਹੀ ਤੂੰ ਕਹਿ ਰਿਹਾ ਮਨ ਮੰਨਿਆ। ਮਨ ਤੂੰ ਹੀ ਤੂੰ ਹੋਣਾ ਚਾਹੀਦਾ। ਮਨ ਸੋਹੰਗ ਹੋਣਾ ਚਾਹੀਦਾ। ਸੋਹੰਗ ਦੀ ਪਛਾਣ ਕਰਨੀ ਹੈ। ਸੋ ਕਿਸ ਤਰੀਕੇ ਕਰਤੇ ਭਾਵ ਨਾਲ ਮਾਲਕ ਤੁਹਾਡੇ ਵਿੱਚ ਵਿਚਰ ਰਿਹਾ ਹੈ, ਕਿਵੇਂ ਤੁਹਾਨੂੰ ਸਲਾਹ ਮਸ਼ਵਰਾ ਦੇ ਰਿਹਾ ਹੈ, ਕਿਵੇਂ ਤੁਹਾਡੇ ਅੰਦਰੋਂ ਬੈਠ ਕੇ ਭਗਤੀ ਕਰ ਰਿਹਾ, ਬੋਲ ਰਿਹਾ, ਕਥਾ ਕਰ ਰਿਹਾ, ਅਭਿਆਸ ਕਰ ਰਿਹਾ, ਉਹ ਤਰੀਕੇ ਅਸੀਂ ਉਹਨੂੰ ਪਕੜਨਾ ਆ। ਪਕੜ ਕੇ ਉਹਦੇ ਵਿੱਚ ਸਮਾਉਣਾ ਆ। ਉਹਨੂੰ ਕਹਿ ਦਿੱਤਾ ਜਾ ਕੋ ਮਹਿਲ ਹਜੂਰ ਦੂਜੇ ਨਿਵੇਂ ਕਿਸ ਦਰ ਦਰਵਾਣੀ ਨਾਹੀ ਮੂਲੇ ਪੁੱਛਤੇ। ਦਰ ਦਰਵਾਣੀ ਕਿਹਦੇ ਆ? ਜਿਹਦੀ ਮਾਇਆ ਆ, ਜਿਹਦੇ ਦਰ ਦਰਵਾਨ ਸੀਗੇ, ਜਿਹਦਾ ਉਹ ਖੇਲ ਸੀਗਾ, ਉਹ ਧਰਮਰਾਜ ਸੀਗਾ, ਉਹ ਹੀ ਆ ਗਿਆ ਸਾਡੀ ਸੇਜ ਤੇ। ਨਦਰ ਵਿੱਚ ਆ ਕੇ ਉਹਦੀ ਭਗਤੀ ਕੀਤੀ ਜਾ ਸਕਦੀ ਹੈ। ਨਦਰ ਦਾ ਭਾਵ ਕੀ ਹੈ? ਨਦਰ ਦਾ ਭਾਵ ਹੈ ਉਹਦੇ ਹੁਕਮ ਚ ਆ ਗਏ। ਉਹਨੇ ਸਾਡੇ ਉੱਤੇ ਨਜ਼ਰਾਂ ਭਰ ਕੇ ਵੇਖ ਲਿਆ ਤੇ ਅਸੀਂ ਉਹਦੀਆਂ ਭਰੀਆਂ ਨਜ਼ਰਾਂ ਨੂੰ ਪਛਾਣ ਲਿਆ। ਲੈ ਇੰਨੀ ਗੱਲ ਹੈ। ਹੋਰ ਕਿਤੇ ਦੇਖੀ ਵੀ ਜਾਵੇ ਕੋਈ, ਸੁਣੀ ਵੀ ਜਾਵੇ ਕੋਈ, ਬੋਲੀ ਵੀ ਜਾਵੇ ਕੋਈ, ਪਰ ਉਹਦੀਆਂ ਭਰੀਆਂ ਨਜ਼ਰਾਂ ਜਿਹੜੀਆਂ ਉੱਤੇ ਪੈਂਦੀਆਂ ਪਈਆਂ ਨੇ ਉਹਦੀ ਪਛਾਣ ਨਾ ਕਰੇ। ਕੱਲਾ ਦੇਖੀ ਜਾਵੇ, ਸੁਣੀ ਜਾਵੇ, ਦੇਖੀ ਜਾਵੇ, ਸੁਣੀ ਜਾਵੇ। ਬਹੁਤੇ ਦੇਖੀ ਜਾਂਦੇ ਆ। ਕਈ ਕੋਟ ਦੇਖਿਆ ਬਿਸਮਾਦ, ਪਤਾ ਨਹੀਂ ਕਿੰਨੇ ਕੁ ਬਸਮਾਦੀ ਹੋਏ ਬੈਠੇ ਆ, ਕਿੰਨੇ ਕੁ ਤੇਰਾ ਨਾਦੀ ਹੋਈ ਬੈਠੇ ਆ, ਕਿੰਨੇ ਕੁ ਤੇਰੇ ਗੁਰੂ ਮੰਤਰ ਨੂੰ ਜਪੀ ਜਾ ਰਹੇ ਆ, ਕਿੰਨੀ ਕੁ ਤੇਰੀ ਉਪਮਾ ਕਰੀ ਜਾ ਰਹੇ ਆ। ਤੋ ਆਪ ਕੀ ਉਪਮਾ ਕਿੰਨੀ ਕੁ ਕਰੀਏ, ਕੀ ਕਰੀਏ ਜੇ ਤੇਰੀਆਂ ਭਰੀਆਂ ਨਜ਼ਰਾਂ ਨੂੰ ਨਹੀਂ ਪਛਾਣਿਆ ਤਾਂ? ਜੇ ਤੂੰ ਕਿਵੇਂ ਅੰਦਰ ਵੱਸਦਾ ਪਿਆ, ਕਿਵੇਂ ਅੰਦਰ ਚੱਲਦਾ ਪਿਆ, ਕਿਸ ਤਰੀਕੇ ਤੂੰ ਹਰ ਇੱਕ ਰੰਗ ਦੇ ਵਿੱਚ ਰਮਿਆ ਹੋਇਆ, ਜੇ ਇਹ ਨਹੀਂ ਪਛਾਣਿਆ ਤੇ ਕਾਹਦੀ ਭਗਤੀ ਕੀਤੀ ਆ? ਕਹਿੰਦੇ ਬਸ ਆ ਜਿਹਨੇ ਪਛਾਣ ਲਿਆ ਵੀ ਆਪੇ ਹਰ ਇੱਕ ਰੰਗੇ, ਆਪੇ ਬਹੁ ਰੰਗੀ। ਕਿਵੇਂ ਆ ਰੰਗੀ? ਰੰਗ ਰੰਗੀ ਕਰਤਾਰ ਰੇ। ਰੰਗ ਰੰਗੀ ਉਹ ਕਿਵੇਂ ਹੈ? ਬਸ ਆ ਉਪਮਾ ਹੈ। ਆ ਉਹ ਗੁਰੂ ਨਾਨਕ ਦੀ ਅਵਸਥਾ ਹੈ। ਇਹਦੇ ਤੱਕ ਜਿਹੜਾ ਆ ਗਿਆ ਆਪੇ ਹੀ ਉਹਦੀ ਸੇਵਾ ਨਜ਼ਰਾਂ ਦੁਆਰਾ ਵੀ ਹੋ ਰਹੀ ਹੈ, ਸਰਵਣਾ ਦੁਆਰਾ ਵੀ ਹੋ ਰਹੀ ਹੈ, ਮੁਖ ਦੁਆਰਾ ਵੀ ਹੋ ਰਹੀ ਹੈ, ਇੱਕ ਇੱਕ ਰੋਮ ਦੁਆਰਾ ਉਹਦੀ ਸੇਵਾ ਹੋ ਰਹੀ ਹੈ। ਕਿਉਂਕਿ ਮਨ ਉੱਥੇ ਚਲਾ ਗਿਆ, ਪਹੁੰਚ ਗਿਆ, ਉਸ ਪੁਆਇੰਟ ਤੇ ਚਲਾ ਗਿਆ। ਇੱਥੋਂ ਸ਼ਾਸਨ ਚੱਲਦਾ ਪਿਆ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ। ਉੱਥੇ ਪਹੁੰਚ ਗਿਆ। ਉਹ ਦਰ ਕਿਹੜਾ ਹੈ, ਉਹ ਘਰ ਕਿਹੜਾ ਹੈ? ਛੁੱਟੇ ਤਾਂ ਕੇ ਬੋਲ ਸਾਹਿਬ ਨਦਰ ਜਿਸ। ਬੋਲ ਖਤਮ। ਪਹਿਲਾਂ ਬੋਲਾਂ ਦਾ ਸਹਾਰਾ ਲੈ ਕੇ ਮਾਲਕ ਨੂੰ ਪਕੜਦਾ ਹੈ, ਗੁਰਮੰਤਰ ਦਾ ਸਹਾਰਾ ਲੈ ਕੇ ਮਾਲਕ ਨੂੰ ਪਕੜਦਾ ਹੈ, ਅਕਥ ਕਥਾ ਦਾ ਗਿਆਨ ਲੈ ਕੇ ਮਾਲਕ ਨੂੰ ਪਕੜਦਾ ਹੈ। ਹੁਣ ਬੋਲ ਖਤਮ, ਹੁਣ ਸਿੱਧਾ ਪਕੜਦਾ ਹੈ, ਸਿੱਧਾ ਉਹਦੇ ਵਿੱਚ ਬੈਠਦਾ ਹੈ, ਸੱਚ 'ਚ ਬੈਠਦਾ ਹੈ। ਕਿਆ ਉਪਮਾ ਦੀਜੇ, ਕਿਆ ਬੋਲੀਏ ਤੇਰੇ ਬਾਰੇ, ਕਿਆ ਬੋਲ ਹੋਵੇ। ਪਹਿਲਾਂ ਅਸੀਂ ਬੋਲ ਦਾ ਸਹਾਰਾ ਲੈਂਦੇ ਸੀਗੇ ਕਿਉਂਕਿ ਸਾਨੂੰ ਇਸ ਬੋਲ ਦੇ ਜਹਾਜ਼ ਦੇ ਉੱਤੇ, ਇਸ ਵਾਕ ਦੇ ਜਹਾਜ਼ ਦੇ ਉੱਤੇ ਮਨ ਨੂੰ ਚੜਾਉਣਾ ਪੈਂਦਾ ਸੀ ਕਿਉਂਕਿ ਉਦੋਂ ਤੇਰੀ ਪਛਾਣ ਨਹੀਂ ਸੀ ਸਾਨੂੰ। ਹੁਣ ਕਰਤੇ ਭਾਵ ਨੂੰ ਅਸੀਂ ਪਛਾਣ ਲਿਆ। ਹੁਣ ਬੋਲ ਕੀ? ਹੁਣ ਤਾਂ ਬੋਲ ਪ੍ਰਗਟ ਹੋਣ ਤੋਂ ਪਹਿਲਾਂ ਸਾਡਾ ਮਨ ਤੇਰੇ ਸਥਾਨ ਦੇ ਉੱਤੇ ਹੁੰਦਾ। ਕਹਿੰਦੇ ਸਵਾਸ ਅੰਦਰ ਜਾਂਦਾ ਹੈ, ਨਾਭੀ ਤੇ ਜਾਂਦਾ ਹੈ, ਨਾਭੀ ਤੋਂ ਕੰਠ ਵਿੱਚ ਆਉਂਦਾ ਹੈ,
ਫਿਰ ਕਿਤੇ ਜਾ ਕੇ ਬੋਲ ਬਣਦਾ, ਉਹ ਜੀਭਾ ਦੇ ਰਾਹੀਂ ਬਾਹਰ ਨਿਕਲਦਾ। ਇੰਨਾ ਸਮਾਂ ਵੀ ਬਰਦਾਸ਼ਤ ਨਹੀਂ। ਸਵਾਸ ਅੰਦਰ ਜਾਵੇ ਆਵੇ ਬੋਲ ਬਣੇ, ਉਸ ਤੋਂ ਪਹਿਲਾਂ ਹੀ ਅਸੀਂ ਤੇਰੇ ਦਰ ਦੇ ਉੱਤੇ ਖੜੇ ਹਾਂ। ਇਹ ਗੁਰੂ ਨਾਨਕ ਦੇ ਯੁੱਗ ਤੇ। ਸੋ ਕਹਿੰਦੇ ਬੋਲ ਦੁਆਰਾ, ਪਹਿਲੋਂ ਅਸੀਂ ਬੋਲ ਦੁਆਰਾ ਆਪਦੀ ਸੁਰਤੀ ਨੂੰ ਇਕੱਠਾ ਕਰ ਕਰਕੇ, ਗੁਰਮੰਤਰ ਦੁਆਰਾ, ਕਥਾ ਦੁਆਰਾ ਸੁਰਤੀ ਨੂੰ ਇਕੱਠਾ ਕਰ ਕਰਕੇ ਤੇਰੇ ਦਰ ਤੇ ਲਿਆਉਂਦੇ ਰਹਿ, ਤੈਨੂੰ ਸੁਣਾਉਂਦੇ ਰਹਿ, ਤੇਰੇ ਵਿੱਚ ਧਿਆਨ ਲਾਉਂਦੇ ਰਹਿ। ਹੁਣ ਇੰਨਾ ਤੇਰੀ ਪਛਾਣ ਹੋ ਗਈ, ਮਨ ਮੰਨ ਗਿਆ, ਤੂੰ ਮਨਾ ਦਿੱਤਾ, ਕਿਰਪਾ ਕਰ ਦਿੱਤੀ ਹੈ। ਹੁਣ ਬੋਲ ਦੁਆਰਾ ਸੁਰਤੀ ਇਕੱਠੀ ਕਰਨ ਦੀ ਲੋੜ ਹੀ ਨਹੀਂ ਪੈਂਦੀ, ਸਿੱਧੇ ਬਹਿ ਜਾਈਦਾ। ਆ ਰਿਹਾ ਰੋਮ ਰੋਮ ਵਿੱਚ ਵਸਿਆ ਹੋਇਆ, ਅੰਦਰ ਅਨੁਭਵ ਵੀ ਹੋ ਰਿਹਾ, ਵਸਿਆ ਵੀ ਅਨੁਭਵ ਹੋ ਰਿਹਾ, ਦਿਖ ਵੀ ਰਿਹਾ, ਸੁਣ ਵੀ ਰਿਹਾ, ਬੋਲ ਵੀ ਰਹੇ ਆ, ਉਹਦੇ ਵਿੱਚ ਸਮਾਏ ਹੋਏ ਆ। ਇਹਨੂੰ ਕਹਿੰਦੇ ਰਵ ਰਹਿਆ ਭਰਪੂਰੀ ਹੈ। ਭਰਪੂਰ ਹੈ ਉਹਦੇ ਵਿੱਚ ਅਸੀਂ ਆ, ਉਹ ਸਾਡੇ ਵਿੱਚ ਹੈ, ਅਸੀਂ ਉਹਦੇ ਵਿੱਚ ਆ ਕਿ ਉਹ ਸਾਡੇ ਵਿੱਚ ਆ। ਇਹ ਹੀ ਨਹੀਂ ਪਤਾ ਲੱਗਦਾ ਪਿਆ ਵੀ ਉਹ ਹੈ ਕਿ ਅਸੀਂ ਆ ਕਿ ਉਹ ਹੈ, ਪਤਾ ਹੀ ਨਹੀਂ ਕੌਣ ਹੈ। ਫਿਰ ਬੋਲ ਕੌਣ ਰਿਹਾ? ਇਹ ਕਹਿੰਦਾ ਸੁਣ ਕੌਣ ਰਿਹਾ? ਕਹਿੰਦਾ ਉਪਦੇਸ਼ ਕੌਣ ਕਰ ਰਿਹਾ ਹੈ? ਉਪਦੇਸ਼ ਸੁਣ ਕੌਣ ਰਿਹਾ ਹੈ? ਕਥਤਾ ਕੌਣ ਹੈ? ਬਖਤਾ ਕੌਣ ਹੈ? ਸੁਣਤਾ ਕੌਣ ਹੈ? ਕਹਿੰਦੇ ਮੈਨੂੰ ਨਹੀਂ ਪਤਾ ਕੌਣ ਆ, ਮੈਨੂੰ ਇੰਨਾ ਹੀ ਪਤਾ ਕਰਤਾ ਪੁਰਖ। ਫਿਰ ਆ ਕਥਾ ਕੌਣ ਕਰ ਰਿਹਾ? ਮੈਨੂੰ ਨਹੀਂ ਪਤਾ। ਤੇ ਕਰਾ ਕੌਣ ਰਿਹਾ? ਮੈਨੂੰ ਨਹੀਂ ਪਤਾ। ਮੈਂ ਬੋਲਣ ਵਿੱਚ ਹੈ ਹੀ ਨਹੀਂ। ਕਿਉਂ? ਨਾ ਮੈਂ ਆ ਨਾ ਤੂੰ ਆ, ਸੱਚ ਹੀ ਸੱਚ ਹੈ। ਸੱਚ ਕੌਣ ਆ? ਮੈਨੂੰ ਨਹੀਂ ਪਤਾ ਕੌਣ ਆ। ਸੋ ਕਰਤਾ ਭਾਵ ਖਤਮ, ਸਾਰਾ ਕੁਝ ਖਤਮ। ਪਾਣੀ ਚ ਪਾਣੀ ਹੋ ਗਏ। ਹੁਣ ਜਿਹੜਾ ਪਾਣੀ ਚ ਪਾਣੀ ਹੋ ਗਿਆ ਉਹ ਕਹੂਗਾ ਮੈਂ ਪਾਣੀ ਹੋ ਗਿਆ ਜੀ? ਉਹ ਤਾਂ ਹੋ ਹੀ ਗਿਆ, ਦੁਨੀਆ ਨੂੰ ਦਿਖੀ ਜਾ ਰਿਹਾ। ਜਿਹਨੂੰ ਇਹ ਕਹਿਣ ਦੀ ਲੋੜ ਪਵੇ ਮੈਂ ਪਾਣੀ ਹੋ ਗਿਆ, ਮਤਲਬ ਹੋਇਆ ਨਹੀਂ ਹਜੇ ਤੂੰ। ਜਿਹੜਾ ਕਵੇ ਮੈਂ ਰੱਬ ਹੋ ਗਿਆ, ਹਜੇ ਹੋਇਆ ਨਹੀਂ ਤੂੰ। ਜਿਹੜਾ ਕਵੇ ਮੈਂ ਸੰਤ ਬਣ ਗਿਆ, ਹਜੇ ਬਣਿਆ ਨਹੀਂ ਤੂੰ। ਸੰਤ ਤੋਂ ਭਾਵ ਕੀ ਹੈ? ਛੂਟੇ ਜਾ ਕੇ ਬੋਲ, ਸਾਹਿਬ ਨਦਰ ਜਿਸ ਬੋਲ ਖਤਮ। ਆਪ ਬੋਲ ਰਿਹਾ, ਉਹਦੀ ਸੇਜ ਤੇ ਆ ਗਿਆ। ਹੁਣ ਮੈਨੂੰ ਕੀ ਪਤਾ? ਹੁਣ ਉਹ ਬੋਲੇ, ਹੁਣ ਉਹ ਕਰੇ ਜੋ ਕਰੇ, ਬੋਲੇ ਜੋ ਬੋਲੇ, ਉਪਦੇਸ਼ੇ ਜੋ ਉਪਦੇਸ਼ੇ। ਜੇ ਪਾਸ ਬਹਾਲੈ ਤਾਂ ਤੇਰੀ ਉਪਮਾ, ਜੇ ਮਾਰ ਕੱਢੈ ਪੀ ਧਿਆਈ। ਮੈਨੂੰ ਨਹੀਂ ਪਤਾ ਕੌਣ ਬਹਾਲ ਰਿਹਾ ਕੌਣ। ਜਦੋਂ ਮੈਂ ਇਸ ਖੇਲ ਨੂੰ ਪ੍ਰਗਟ ਨਹੀਂ ਕੀਤਾ, ਫਿਰ ਮੈਨੂੰ ਕੀ ਪਤਾ ਇਸ ਕਹਾਣੀ ਦਾ ਵੀ ਕੌਣ ਹੈ ਕੌਣ ਨਹੀਂ। ਆਪ ਜੀ ਦਾ ਗਿਆਨ, ਆਪ ਜੀ ਨੇ ਕਲਾ, ਆਪ ਜੀ ਦੀ ਪ੍ਰਗਟ ਹੋਈ। ਇਹ ਗਿਆਨ ਪ੍ਰਗਟ ਹੋਇਆ, ਗੁਰਬਾਣੀ ਪ੍ਰਗਟ ਹੋਈ। ਕੌਣ ਕਿੱਥੋਂ ਕਿਵੇਂ ਹੋਈ ਮੈਨੂੰ ਨਹੀਂ ਪਤਾ। ਤੁਸੀਂ ਸੰਗ ਬਖਸ਼ਿਆ, ਸੰਜੋਗ ਬਖਸ਼ਿਆ, ਸਾਧੂਆਂ ਨੇ ਸਮਝਾਇਆ, ਤੁਸੀਂ ਸਮਝਿਆ। ਹੁਣ ਮੈਨੂੰ ਕੀ ਪਤਾ? ਇਹੀ ਮੈਂ ਕਹਿ ਸਕਦਾ ਬਸ। ਫਿਰ ਇਹ ਕਲਾ ਕਿੱਥੋਂ ਪ੍ਰਗਟ ਹੋਈ? ਇਹ ਗਿਆਨ ਕਿੱਥੋਂ ਪ੍ਰਗਟ ਹੋਇਆ? ਇਹ ਤੇਰੇ ਅੰਦਰ ਕਥਾ ਕਿੱਥੋਂ ਪ੍ਰਗਟ ਹੋਈ? ਕਹਿੰਦਾ ਇਹ ਤੂੰ ਹੀ ਆ, ਮੈਂ ਨਹੀਂ। ਮੈਂ ਤਾਂ ਇੱਕ ਗੈਰ ਜ਼ਿੰਮੇਦਾਰ ਸੀਗਾ, ਜਿਹਨੂੰ ਪਤਾ ਹੀ ਨਹੀਂ ਸੀ ਕਿ ਤੂੰ ਹੀ ਆ। ਬਸ ਮੈਂ ਉਦੋਂ ਤੱਕ ਮੈਂ ਸੀ ਜਦੋਂ ਮੈਨੂੰ ਪਤਾ ਨਹੀਂ ਸੀ ਕਿ ਤੂੰ ਆ। ਮੈਂ ਉਦੋਂ ਤੱਕ ਸੀ। ਹੁਣ ਤਾਂ ਪਤਾ ਚੱਲ ਗਿਆ ਬਈ ਮੈਂ ਹੈ ਹੀ ਨਹੀਂ, ਬਸ ਆ ਰੱਬ ਹੈ। ਇਹਨੂੰ ਪਕੜਨਾ, ਇਹਨੂੰ ਬੁੱਝ ਲੈ। ਚਾਹੇ 100 ਸਾਲ ਅਭਿਆਸ ਕਰਕੇ ਬੁੱਝ ਲਓ, ਚਾਹੇ ਹੁਣ ਬੁੱਝ ਲਓ। ਬੁੱਝ ਗਏ, ਸਿੱਧੇ ਆ ਜਾਓਗੇ ਇਹਦੇ ਵਿੱਚ। ਇਹਨੂੰ ਕਹਿੰਦੇ ਨੇ ਫਿਰ ਦੇਖ ਅਦ੍ਰਿਸ਼ਟ ਰਹੋ ਲਿਵ ਲਾਗੀ, ਸਭ ਤ੍ਰਿਭਵਨ ਬ੍ਰਹਮ ਸਬਾਇਆ। ਕਹਿੰਦੇ ਦੇਖੋ, ਅਦ੍ਰਿਸ਼ਟ ਦੇ ਉੱਪਰ ਧਿਆਨ ਲਗਾਓ ਗੁਰਮੁਖੋ। ਦੇਖੋ, ਦੇਖ ਅਦ੍ਰਿਸ਼ਟ, ਅਦ੍ਰਿਸ਼ਟ ਨੂੰ ਦੇਖੋ। ਰਹੋ ਲਿਵ ਲਾਗੀ, ਲਿਵ ਲੱਗ ਜਾਂਦੀ ਹੈ ਬਸ। ਕਹਿੰਦੇ ਜੇ ਅਦ੍ਰਿਸ਼ਟ ਨੂੰ ਦੇਖ ਰਿਹਾ, ਉਹਦੀ ਨਿਸ਼ਾਨੀ ਹੈ ਬਈ ਲਿਵ ਲੱਗ ਜਾਏਗੀ ਉਹਦੇ ਵਿੱਚ। ਦੇਖ ਅਦ੍ਰਿਸ਼ਟ ਵਜੇ ਲਿਵ ਲੱਗੀ, ਚਰਨਾਂ ਦੇ ਵਿੱਚ ਚੁੱਭ ਗਈ। ਹਾਂ ਹੁਣ ਦੇਖਿਆ ਵੀ ਜੇ ਉਹਨੂੰ ਦੇਖ ਕੇ ਚਰਨਾਂ 'ਚ ਲਿਵ ਹੀ ਨਹੀਂ ਲੱਗੀ, ਫਿਰ ਕੀ ਦੇਖਿਆ? ਕਹਿੰਦਾ ਮੈਂ ਰੱਬ ਦੇਖਿਆ। ਕਹਿੰਦਾ ਲਿਵ ਤਾਂ ਤੇਰੀ ਲੱਗੀ ਨਹੀਂ, ਕੀ ਦੇਖਿਆ? ਕੁਛ ਵੀ ਨਹੀਂ ਦੇਖਿਆ। ਪਤਾ ਨਹੀਂ ਕਿੱਥੋਂ ਕੀ ਵੇਖ ਲਿਆ ਤੂੰ। ਦੇਖ ਅਦ੍ਰਿਸ਼ਟ, ਆਹ ਰਹੋ ਲਿਵ ਲਾਗੀ, ਸਭ ਤ੍ਰਿਭਵਨ ਬ੍ਰਹਮ ਸਮਾਇਆ। ਕਹਿੰਦਾ ਤਿੰਨੇ ਭਵਨਾਂ ਜੀ ਬ੍ਰਹਮ ਸਮਾਇਆ ਪਿਆ ਜੀ। ਰਜੋ ਤਮੋ ਸਤੋ ਧਰਤ ਆਕਾਸ਼ ਪਤਾਲ ਪੌਣ ਪਾਣੀ ਬਸੰਤਰ, ਜਿੰਨੇ ਤੱਤ ਆ, ਜਿੰਨੇ ਖੰਡ ਬ੍ਰਹਿਮੰਡ ਆ, ਅੰਦਰ ਬਾਹਰ ਦੁਸ਼ਮਣ ਮੀਤ, ਸਭ ਵਿੱਚ ਸਮਾਇਆ ਹੋਇਆ। ਭਾਈ ਭੈਣ ਸਭੂ ਤੇ ਪਿਆਰਾ। ਕਿਤੇ ਮਾਂ ਬਣਿਆ ਬੈਠਾ ਮੋਹ ਕਰੀ ਜਾਂਦਾ, ਕਿਤੇ ਪਿਓ ਬਣਿਆ ਬੈਠਾ ਡਿਸਪਲਿਨ ਸਿਖਾਈ ਜਾਂਦਾ, ਕਿਤੇ ਟੀਚਰ ਬਣ ਕੇ ਮੈਨੂੰ ਸਮਝਾਈ ਜਾ ਰਿਹਾ। ਇੱਕ ਮਾਂ ਦੀ ਕੀ ਜ਼ਰੂਰਤ ਆ ਵੀ ਜੇ ਮਾਲਕ ਉਹਦੇ ਮਨ ਦੇ ਵਿੱਚ ਮਮਤਾ ਨਾ ਪਾਵੇ, ਮੋਹ ਨਾ ਪਾਵੇ, ਤੇ ਉਹ
ਪਿਆਰ ਕਰ ਜੇ ਆਪਦੇ ਬੱਚੇ ਨੂੰ। ਇੱਕ ਪਿਓ ਦੀ ਕੀ ਜ਼ਰੂਰਤ ਆ ਜੇ ਉਹਦੇ ਵਿੱਚ ਸਮਝ ਪਾ ਕੇ ਆਪਦੇ ਬੱਚਿਆਂ ਨੂੰ ਨਾ ਪਿਲਾਵੇ ਤਾਂ? ਹੈ ਹੀ ਮਾਲਕ ਪਰ ਪ੍ਰਗਟ ਨਹੀਂ ਹੋ ਰਿਹਾ। ਕਹਿੰਦਾ ਨਹੀਂ ਨਹੀਂ, ਆ ਇਸ ਤਰ੍ਹਾਂ ਇਸ ਤਰ੍ਹਾਂ, ਉਹਦੀ ਹਉਮੈ ਖਤਮ। ਮਾਂ ਦੇ ਵਿੱਚ ਬਣ ਕੇ ਪਿਆਰ ਬਣ ਕੇ ਬੈਠਾ ਹੈ, ਪਿਓ ਦੇ ਵਿੱਚ ਸਤਿਕਾਰ ਬਣ ਕੇ ਬੈਠਾ ਹੈ, ਭਾਈ ਦੇ ਵਿੱਚ ਸਾਥ ਬਣ ਕੇ ਬੈਠਾ ਹੈ, ਘਰਵਾਲੀ ਦੇ ਵਿੱਚ ਇੱਕ ਜ਼ਿੰਦਗੀ ਦਾ ਸਾਥ ਨਿਭਾ ਰਿਹਾ ਹੈ, ਬੱਚਿਆਂ ਦੇ ਵਿੱਚ ਆਦਰਸ਼ ਪਾਲਣ ਕਰ ਰਿਹਾ ਹੈ, ਗੁਰੂ ਦੇ ਵਿੱਚ ਬੈਠ ਕੇ ਕਰਤਾ ਬਣਿਆ ਬੈਠਾ ਹੈ, ਅਦ੍ਰਿਸ਼ਟ ਬਣਿਆ ਬੈਠਾ ਹੈ, ਆਦਰਸ਼ ਨੂੰ ਸਿਖਾਉਣ ਵਾਲਾ ਸਿਧਾਂਤੀ ਬਣਿਆ ਬੈਠਾ ਹੈ। ਤੇ ਤੇਰੇ ਅੰਦਰ ਕੌਣ ਆ? ਤੇਰੇ ਅੰਦਰ ਸਾਰਿਆਂ ਦੀ ਪਾਵਰ ਨੂੰ ਮਿਲਾ ਕੇ ਬੈਠਾ ਹੈ। ਇੱਕ ਗੁਰੂ ਦਾ ਸਤਿਕਾਰ ਕਰਾ ਰਿਹਾ, ਮਾਂ ਤੋਂ ਪਾਲਣ ਕਰਵਾ ਰਿਹਾ, ਸਮਝਾ ਰਿਹਾ। ਜੇ ਤੇਰੇ ਅੰਦਰੋਂ ਉਹ ਪਰਦਾ ਨਾ ਉਤਾਰੇ ਤੇ ਕੌਣ ਸਮਝੇਗਾ? ਲੋ, ਮੇਰੀ ਅੱਜ ਦੀ ਇਸ ਕਥਾ ਨੂੰ ਤੁਸੀਂ ਸਮਝ ਲਿਆ ਜੇ, ਤੁਸੀਂ ਪਾਰ ਹੋ ਜਾਓਗੇ। ਇਹਨੂੰ ਵਾਰ-ਵਾਰ ਸੁਣੀ ਜਾਇਆ ਜੇ, ਕਿਉਂਕਿ ਇਹ ਕਥਤਾ ਬਖਤਾ ਸੁਣਤਾ ਉਹਨੇ ਆਪ ਕੀਤੀ ਹੈ। ਉਹਦੇ ਬਚਨਾਂ ਨੂੰ ਤੁਸੀਂ ਸੁਣੋ, ਉਹਦੇ ਬਚਨਾਂ ਨੂੰ ਤੁਸੀਂ ਸਮਝੋ। ਤੁਹਾਡੇ ਵਿੱਚ ਵੀ ਉਹ ਹੈ, ਜਦੋਂ ਵਾਰ-ਵਾਰ ਸੁਣੋਗੇ, ਤੁਹਾਨੂੰ ਅੰਦਰੋਂ ਬੈਠਾ ਆਪੇ ਸਮਝਾ ਦੇਗਾ। ਇਹ ਕਥਾ ਯਾਦ ਕਰਨ ਦੀ ਨਹੀਂ ਹੁੰਦੀ, ਇਹ ਕਥਾ ਸਮਝਣ ਦੀ ਹੁੰਦੀ ਹੈ। ਸੋ ਤਾਂ ਮਹਾਰਾਜ ਕਹਿੰਦੇ ਆ, ਸਤਿਗੁਰ ਮਿਲੋ ਆਪੇ ਪ੍ਰਭ ਤਾਰੇ, ਸਸ ਕਰ ਸੂਰ ਦੀਪਕ ਗਹਿਣਾਰੇ, ਦੇਖ ਤ੍ਰਿਸ਼ਟ ਰਹੋ ਲਿਵ ਲਾਗੀ, ਸਭ ਤ੍ਰਿਭਵਨ ਬ੍ਰਹਮ ਸਮਾਇਆ। ਸਾਰਿਆਂ ਵਿੱਚ ਬ੍ਰਹਮ ਸਮਾਇਆ ਹੋਇਆ ਹੈ। ਕਹਿੰਦੇ ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਭਉ ਜਾਏ। ਜਦੋਂ ਅੰਮ੍ਰਿਤ ਰਸ ਮਿਲ ਗਿਆ, ਉਹਦੀ ਨਿਸ਼ਾਨੀ ਹੈ ਤ੍ਰਿਸ਼ਨਾ ਤੇ ਕਿਸੇ ਵੀ ਪ੍ਰਕਾਰ ਦਾ ਡਰ ਖਤਮ ਹੋ ਜਾਣਾ ਹੈ। ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਭਉ ਜਾਏ, ਅਨਭਉ ਪਦ ਪਾਵੇ ਆਪ ਗਵਾਏ। ਫਿਰ ਉਹ ਪਦ ਮਿਲ ਜਾਣਾ ਹੈ, ਉਹ ਸਥਾਨ ਮਿਲ ਜਾਣਾ ਹੈ, ਉਹ ਧਿਆਨ ਮਿਲ ਜਾਣਾ ਸਿਰਫ ਜਿਹੜਾ ਅਨੁਭਵ ਕੀਤਾ ਜਾ ਸਕਦਾ ਹੈ। ਚੌਥਾ ਪਦ, 10ਵਾਂ ਘਰ ਅਨੁਭਵ ਕਰਕੇ ਉਹਦੇ ਉੱਤੇ ਸੁਰਤੀ ਬੈਠਦੀ ਏ। ਬਿਨਾਂ ਅਨੁਭਵ ਤੋਂ ਨਹੀਂ ਉਹ ਪਦ ਮਿਲਦਾ। ਅਨਭਉ ਪਦ ਪਾਵੇ ਆਪ ਗਵਾਏ, ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ। ਕਹਿੰਦੇ ਸਭ ਤੋਂ ਉੱਚੀ ਪਦਵੀ ਫਿਰ ਭਗਤ ਕਮਾਉਂਦੇ ਆ, ਜਿਹੜੇ ਚੌਥੇ ਪਦ ਵਿੱਚ ਬੈਠ ਜਾਂਦੇ ਆ। ਉੱਚੋਂ ਉੱਚਾ, ਸਭ ਤੋਂ ਉੱਚਾ ਨਿਰਮਲ ਸ਼ਬਦ ਕਮਾਇਆ। ਸਭ ਤੋਂ ਵੱਡਾ ਸ਼ਬਦ ਆਓ, ਕਿਉਂਕਿ ਉੱਚੇ ਦੇ ਮੁਖ ਦੇ ਵਿੱਚੋਂ ਨਿਕਲ ਰਿਹਾ, ਪ੍ਰਕਾਸ਼ ਦੇ ਵਿੱਚੋਂ ਨਿਕਲ ਰਿਹਾ। ਉਸ ਉੱਚੇ ਨੂੰ ਸੁਣ ਕੇ, ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਉੱਚਾ ਕੀ ਹੈ? ਆ ਦਰ ਸਭ ਤੋਂ ਉੱਚਾ ਹੈ। ਇਸ ਦਰ ਤੋਂ ਉੱਪਰ ਜਦੋਂ ਅਸੀਂ ਸ਼ਬਦ ਸੁਣਦੇ ਹਾਂ ਤੇ ਉਸ ਚੌਥੀ ਸੁਣ ਉੱਪਰ ਚਲੇ ਜਾਂਦੇ ਆ ਬ੍ਰਹਮ ਦੇ ਵਿੱਚ। ਉੱਚੇ ਉੱਪਰ ਉੱਚਾ ਨਾਉ, ਉਹ ਉੱਚੇ ਦੇ ਉੱਪਰ ਉੱਚਾ ਨਾਮ ਉੱਥੇ ਜਾ ਕੇ ਸਮਾ ਜਾਂਦਾ ਤੇ ਉਹ ਮਾਲਕ ਬ੍ਰਹਮ ਦੇ ਨਾਲ ਅਸੀਂ ਮਿਲ ਲੈਂਦੇ। ਜਿਵੇਂ ਅਸੀਂ ਦਿਓੜੀ ਸਾਹਿਬ ਦੇ ਉੱਤੇ ਮੱਥਾ ਟੇਕਣ ਜਾਂਦੇ ਆ, ਉਹ ਗਰਾਊਂਡ ਲੈਵਲ ਦੇ ਨਾਲ ਮਿਲੀ ਹੋਈ ਹੈ। ਹਰਿਮੰਦਰ ਸਾਹਿਬ ਦਾ ਜਿਹੜਾ ਨਕਸ਼ਾ ਹੈ, ਜਿੱਥੇ ਆਪਾਂ ਜਾ ਕੇ ਕੀਰਤਨ ਸੁਣਦੇ ਆ। ਪਰ ਜਦੋਂ ਅਸੀਂ ਅਕਾਲ ਤਖਤ ਸਾਹਿਬ ਤੇ ਜਾਂਦੇ ਆ, ਜਿੱਥੇ ਮਾਲਕ ਦੀ ਉਹ ਦਿਖਾਇਆ ਵੀ ਮਸਤਕ ਤੇ ਬੈਠਾ ਹੈ, ਉਹਦੇ ਵਾਸਤੇ ਸਾਨੂੰ ਪੌੜੀਆਂ ਉੱਪਰ ਚੜ੍ਹਨੀਆਂ ਪੈਂਦੀਆਂ ਨੇ। ਇਵੇਂ ਜਿਹੜਾ 10ਵਾਂ ਘਰ ਹੈ, ਉਹ ਇੱਥੇ ਦਰ ਦੇ ਉੱਪਰ ਅਸੀਂ ਜਾਂਦੇ ਆ ਤੇ ਇੱਥੋਂ ਸਾਨੂੰ ਪ੍ਰਾਪਤੀ ਹੋ ਜਾਂਦੀ ਹੈ। ਪਰ ਜਦੋਂ ਪ੍ਰਕਾਸ਼ ਵਿੱਚ ਜਾਣਾ ਤੇ ਉਹਦੇ ਵਾਸਤੇ ਸਾਨੂੰ ਉੱਚੇ ਉੱਪਰ ਉੱਚਾ ਨਾਮ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ, ਨਾਮ ਦੀਆਂ। ਨਾਮ ਦੇ ਵਿੱਚ ਸਮਾ ਕੇ, ਕੋਈ ਅੰਦਰ ਦ੍ਰਿਸ਼ਟਮਾਨ ਪੌੜੀਆਂ ਨਹੀਂ ਜਿਹੜੀਆਂ ਚੜ੍ਹਨੀਆਂ ਨੇ, ਨਾਮ 'ਚ ਸਮਾ ਕੇ ਨਾਮ ਦੀ ਪੌੜੀ ਚੜ੍ਹ ਕੇ ਉੱਪਰ ਚਲੇ ਜਾਣਾ ਹੁੰਦਾ ਹੈ। ਉੱਪਰ ਪ੍ਰਕਾਸ਼ ਹੀ ਪ੍ਰਕਾਸ਼ ਹੈ, ਸੱਚ ਹੀ ਸੱਚ ਹੈ, ਜੋਤ ਹੀ ਜੋਤ ਹੈ, ਬਿਨਾਂ ਕਿਸੇ ਰੰਗ ਤੋਂ, ਬਿਨਾਂ ਕਿਸੇ ਆਕਾਰ ਤੋਂ, ਸੱਚ ਹੀ ਸੱਚ ਹੈ। ਤਿੱਥੇ ਅਵਰ ਨਾ ਕੋਈ, ਹਰ ਅੰਮ੍ਰਿਤ ਸੋਏ, ਮਾਲਕ ਹੀ ਮਾਲਕ ਹੈ। ਸੋ ਇਸ ਕਰਕੇ ਅਦ੍ਰਿਸ਼ਟ ਗੋਚਰ ਨਾਮ ਅਪਾਰਾ, ਅਤ ਰਸ ਮੀਠਾ ਨਾਮ ਪਿਆਰਾ, ਨਾਨਕ ਕੋ ਜੁਗ ਜੁਗ ਹਰ ਜਸ ਦੀਜੈ, ਹਰ ਜਪੀਏ ਅੰਤ ਨਾ ਪਾਇਆ। ਕਹਿੰਦੇ ਮੈਂ ਤਾਂ ਜਦੋਂ ਵੀ ਜੁਗ ਬਣੇ, ਮਾਲਕ ਕਹਿੰਦੇ ਜਦੋਂ ਵੀ ਯੁੱਗ ਦੀ ਸ਼ੁਰੂਆਤ ਹੋਵੇ, ਮੈਨੂੰ ਤਾਂ ਇੱਕ ਤੇਰਾ ਨਾਮ ਹੀ ਚਾਹੀਦਾ ਹੈ। ਵੀ ਜਦੋਂ ਵੀ ਭੇਜੀ ਤੇਰਾ ਰਾਹ ਹੀ ਬਣਾ ਕੇ ਭੇਜੀ ਮੈਨੂੰ, ਮੈਂ ਹੋਰ ਕਿਸੇ ਪ੍ਰਕਾਰ ਦਾ ਕੋਈ ਜੀਵਨ ਨਹੀਂ ਤੇਰੇ ਤੋਂ ਚਾਹੁੰਦਾ। ਇਸ ਤਰੀਕੇ ਜਦੋਂ ਅਸੀਂ ਸੱਚ ਦੇ ਸਨਮੁਖ ਹੋ ਜਾਂਦੇ ਆ, ਮਾਲਕ ਦੇ ਸਨਮੁਖ ਹੋ ਜਾਂਦੇ ਆ, ਤੇ ਜੇ ਸਾਡਾ ਮਨ ਨਿਰਮਲ ਹੋਇਆ ਹੋਵੇ ਗੁਰੂ ਦੇ ਦੱਸੇ ਹੋਏ ਰਾਹ ਦੁਆਰਾ, ਗੁਰੂ ਦੀ ਦੱਸੀ ਹੋਈ ਕਮਾਈ ਦੁਆਰਾ, ਜਦੋਂ ਅਸੀਂ ਸੱਚ ਦੇ ਸਨਮੁਖ ਹੁੰਦੇ ਆ, ਸਾਡੀ ਸਹਿਜ ਸੁਭਾਅ ਜਿਹੜੀ ਆ, ਸੁਰਤ ਤੇ ਪ੍ਰੀਤ ਉਹਦੇ ਚਰਨਾਂ ਵਿੱਚ ਚੁੱਭ ਜਾਂਦੀ ਹੈ। ਫਿਰ ਮਾਲਕ ਸਾਡੀ ਪ੍ਰਤਿਪਾਲਨਾ ਕਰਦਾ ਹੈ, ਸਾਨੂੰ ਯਾਦ ਵਿੱਚ ਰੱਖਦਾ ਹੈ, ਉਹ ਸਾਨੂੰ ਯਾਦ ਵਿੱਚ ਰੱਖਦਾ ਹੈ। ਫਿਰ ਸਾਡੀ ਯਾਦ ਉਹਦੀ ਯਾਦ ਵਿੱਚ ਜੁੜਦੀ, ਉਹ ਫਿਰ ਸਾਨੂੰ ਯਾਦ ਕਰ ਲੈਂਦਾ। ਕਿਵੇਂ? ਜਦੋਂ ਅਸੀਂ ਉਹਦਾ ਪਿਆਰ ਕਰਨੇ ਆ ਤੇ ਉਹ ਸਾਨੂੰ ਪਿਆਰ ਕਰਦਾ। ਜਦੋਂ ਉਹ ਪਿਆਰ ਕਰਦਾ ਤੇ ਫਿਰ ਸਾਨੂੰ ਉਹਦੀ ਪਛਾਣ ਹੁੰਦੀ ਹੈ। ਪਹਿਲਾਂ ਉਹਨੂੰ ਪਿਆਰ ਕਰਨਾ ਹੈ, ਤੁਸੀਂ ਆਪ ਦਾ ਪਿਆਰ ਪਾਉਣਾ ਹੈ ਉਹਦੇ ਨਾਲ। ਜਦੋਂ ਬਰਾਬਰ ਤੇ ਪਿਆਰ ਪਾ ਲੈਂਦਾ ਹੈ, ਫਿਰ ਉਹ ਪਿਆਰ ਜਿਹੜਾ ਹੈ ਉਹ ਉਹਦੀ ਯਾਦ ਦਿਵਾਉਂਦਾ ਹੈ। ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ। ਹਰੀ ਦੀ ਭਗਤੀ ਜਿਹੜੀ ਉਹ ਹਰੀ ਦਾ ਪਿਆਰ ਹੀ। ਸੋ ਇਸ ਕਰਕੇ ਇਹ ਭਗਤਾਂ ਸਾਧੂਆਂ ਦੇ ਨਾਲ ਰਹਿ ਕੇ ਉਹਦੇ ਪਿਆਰ ਦਾ ਪਤਾ ਲੱਗਦਾ ਹੈ।
ਉੱਚੀ ਪਦਵੀ ਦਾ ਪਤਾ ਲੱਗ ਜਾਂਦਾ। ਪਰ ਉਹਦੇ ਲਈ ਪਹਿਲਾਂ ਆਪਾਂ ਉਦਮ ਕਰਨਾ ਹੈ। ਮੈਲਾ ਮਨ ਕਦੇ ਵੀ ਸੱਚ ਦੀ ਭਗਤੀ ਨਹੀਂ ਕਰ ਸਕਦਾ। ਵਕਾਰੀ ਮਨ, ਵਿਚਾਰਾਂ ਵਿੱਚ ਗਿਆ ਹੋਇਆ ਮਨ, ਜਿਹੜਾ ਹਜੇ ਚੁਸਤ ਚਲਾਕੀਆਂ 'ਚ ਹਉਮੈ ਵਿੱਚ, ਉਹ ਕਦੇ ਵੀ ਸੱਚ ਦੀ ਭਗਤੀ ਨਹੀਂ ਕਰ ਸਕਦਾ। ਇਸ ਕਰਕੇ ਇਹਦੇ ਵਕਾਰ ਲਾਉਣੇ ਨੇ। ਦੂਜੀ ਗੱਲ ਇਹ ਵੀ ਹੈ ਵੀ ਇਹਦੇ ਵਕਾਰ ਲਾ ਦਈਏ, ਇਹਦੀ ਮੈਲ ਲਾ ਦਈਏ, ਭਗਤੀ ਸਹਿਜ ਸੁਭਾ ਸ਼ੁਰੂ ਹੋ ਜਾਂਦੀ ਹੈ। ਜਿਹੜੀ ਭਗਤੀ ਸ਼ੁਰੂ ਨਹੀਂ ਹੋ ਰਹੀ, ਜਿਹੜਾ ਪਤਾ ਨਹੀਂ ਅਜੇ ਕੋਈ ਲੱਗ ਰਿਹਾ, ਅਜੇ ਵਕਾਰੀ ਹੈ ਮਨ। ਇਹਦੀ ਗੁਰਮੰਤਰ ਕਰ ਕਰਕੇ, ਸਾਧ ਸੰਗਤ ਵਿੱਚ ਜਾ ਕੇ, ਵਿਚਾਰਾਂ ਸੁਣ ਕੇ, ਸਾਧੂਆਂ ਦਾ ਸੰਗ ਕਰ ਕਰਕੇ ਪਹਿਲਾਂ ਮੈਲ ਲਾਉਣੀ ਹੁੰਦੀ ਹੈ, ਫਿਰ ਆਪੇ ਚੱਲ ਪੈਂਦਾ ਹੈ। ਕਦੇ ਵੀ ਜਿਹੜੀ ਭਗਤੀ ਹੈ, ਮਾਲਕ ਦੀ ਭਗਤੀ ਭਾਵ ਵਿੱਚੋਂ ਪ੍ਰਗਟ ਹੋਈ ਹੈ। ਭਗਤਾਂ ਨੇ ਜਿਹੜੀ ਮਾਲਕ ਦੀ ਭਗਤੀ ਕੀਤੀ ਹੈ, ਕੱਟੜਤਾ ਦੁਆਰਾ, ਸਰੀਰ ਨੂੰ ਤਸੀਹੇ ਦੇ ਕੇ ਜਾਂ ਕਿਸੇ ਔਖੀ ਘੜੀ ਵਿੱਚ ਨਹੀਂ ਕੀਤੀ। ਭਗਤੀ ਹਮੇਸ਼ਾ ਜਿਹੜੀ ਪ੍ਰਗਟ ਹੋਈ ਹੈ, ਇਹ ਪਿਆਰ ਭਾਵ ਚੋਂ ਤੇ ਦਿਲੋਂ ਪ੍ਰਗਟ ਹੋਈ ਹੈ। ਜਿਵੇਂ ਇੱਕ ਪ੍ਰੇਮੀ ਆਪਦੀ ਪ੍ਰੇਮਿਕਾ ਨੂੰ ਪਿਆਰ ਕਰਦਾ ਹੈ ਤੇ ਪ੍ਰੇਮਿਕਾ ਆਪਦੇ ਪ੍ਰੇਮੀ ਨੂੰ ਪਿਆਰ ਕਰਦੀ ਹੈ, ਉਸ ਤਰੀਕੇ ਭਗਤੀ ਹੁੰਦੀ ਹੈ। ਤੁਸੀਂ ਜੇ ਸਮਝਣਾ ਚਾਹੋ ਤਾਂ, ਜਿਵੇਂ ਇੱਕ ਘਰ ਵਾਲੀ ਆਪਦੇ ਘਰ ਵਾਲੇ ਨੂੰ ਪਿਆਰ ਕਰਦੀ ਹੈ, ਘਰ ਵਾਲਾ ਘਰ ਵਾਲੀ ਨੂੰ ਪਿਆਰ ਕਰਦਾ ਹੈ, ਉਹਦੇ ਲਈ ਕੀ ਤਸ਼ੱਦਦ ਹੈ? ਦੱਸੋ ਉਹਦੇ ਲਈ ਕੋਈ ਤਨ ਦਾ ਜ਼ੋਰ ਲਾਉਂਦਾ? ਮਨ ਦੇ ਵਿੱਚੋਂ ਭਾਵ ਪ੍ਰਗਟ ਹੋ ਜਾਂਦਾ ਹੈ। ਜਿਵੇਂ ਇੱਕ ਮਾਂ ਆਪਦੇ ਬੱਚੇ ਨੂੰ ਪਿਆਰ ਕਰਦੀ ਹੈ ਤੇ ਬੱਚਾ ਆਪਦੀ ਮਾਂ ਨੂੰ ਪਿਆਰ ਕਰਦਾ ਹੈ, ਉਹਦੇ ਲਈ ਦੱਸੋ ਕੀ ਉਹ ਅਨੁਭਵ ਕੀ ਹੈ? ਇਸ ਤਰੀਕੇ ਇਹ ਭਾਵ ਭਗਤੀ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ, ਬਸ। ਸੋ ਭਾਵ ਭਗਤੀ ਕਰਨੀ ਹੈ। ਭਾਵ ਉਦੋਂ ਭਾਵ ਬਿਨ ਭਗਤ ਨਹੀਂ ਉਪਜੈ। ਭਾਵ ਉਨੀ ਦੇਰ ਤੱਕ ਪ੍ਰਗਟ ਨਹੀਂ ਹੁੰਦਾ ਜਿੰਨੀ ਦੇਰ ਤੱਕ ਮਨ ਦੇ ਵਿੱਚ ਅਜੇ ਮਾਇਆ ਦੇ ਸੰਸੇ ਫੁਰਨੇ ਨੇ। ਮਾਇਆ ਵਸੀ ਹੁੰਦੀ ਹੈ, ਮਾਲਕ ਦਾ ਭਾਵ ਨਹੀਂ ਪ੍ਰਗਟ ਹੋਣ ਦਿੰਦੀ। ਕਿਉਂਕਿ ਮਾਇਆ ਤੇ ਮਾਲਕ ਦੋ ਚੀਜ਼ਾਂ ਨੇ। ਮਾਇਆ ਕਹਿੰਦੀ ਹੈ ਮੇਰੇ ਹੱਥੋਂ ਜਾਵੇਗਾ, ਮਾਇਆ ਨੂੰ ਹੀ ਤਾਂ ਕੱਢਣਾ ਹੈ। ਮਾਇਆ ਨੂੰ ਕੱਢਣ ਲਈ ਤਾਂ ਤੁਸੀਂ ਗੁਰਮੰਤਰ ਕਰਦੇ ਪਏ ਜੇ, ਮਾਇਆ ਨੂੰ ਕੱਢਣ ਲਈ ਤਾਂ ਤੁਸੀਂ ਗਿਆਨ ਸੁਣਦੇ ਪਏ ਹੋ, ਕਰਦੇ। ਹੋਰ ਤੁਹਾਨੂੰ ਕਿਹੜੇ ਗਿਆਨ ਦੀ ਲੋੜ ਆ? ਗਿਆਨੀ ਥੋੜੀ ਨਾ ਬਣਨਾ ਹੈ ਗਿਆਨ ਸੁਣ ਕੇ। ਗਿਆਨ ਸੁਣ ਕੇ ਤਾਂ ਮਾਲਕ ਲਈ ਭਾਵ ਪ੍ਰਗਟ ਹੋਣਾ, ਸਿਮਰਨ ਕਰਕੇ ਤਾਂ ਮਾਲਕ ਲਈ ਮਨ ਸਾਫ਼ ਹੋਣਾ। ਜਿਵੇਂ ਦਾ ਉਹ ਹੈ ਉਵੇਂ ਦਾ ਮਨ ਬਣਾਉਣਾ ਹੈ। ਉਹਦੇ ਗੁਣ ਸੁਣ ਕੇ ਕਥਾ ਤਾਂ ਕੀਤੀ ਜਾਂਦੀ ਉਹਦੇ ਗੁਣ ਪਤਾ ਲੱਗਣ, ਤੇ ਸਿਮਰਨ ਤਾਂ ਕਰਾਇਆ ਜਾਂਦਾ ਉਹਦੇ ਵਰਗਾ ਮਨ ਹੋ ਜਾਏ। ਹੋਰ ਤੁਹਾਨੂੰ ਹੋਰ ਵੀ ਨਵੀਂ ਕਥਾ ਸੁਣਾਵੇ, ਕੋਈ ਹੋਰ ਲਿਆਓ ਜੀ, ਕੋਈ ਵਧੀਆ ਵਿਗਿਆਨੀ ਲਿਆਓ ਜੀ। ਉਹ ਕਿੰਨੇ ਕੁ ਵਿਗਿਆਨੀ ਇਕੱਠੇ ਕਰ ਲਓਗੇ ਜਦੋਂ ਤੁਹਾਨੂੰ ਪਤਾ ਹੀ ਨਹੀਂ ਵੀ ਕਥਾ ਤੁਸੀਂ ਸੁਣਦੇ ਕਿਉਂ ਪਏ ਜੀ। ਇਸ ਕਰਕੇ ਭਗਤ ਤਾਂ ਇੱਕ ਮਿਲ ਜਾਵੇ, ਉਹਦੇ ਵਰਗੀ ਰੀਸ ਨਹੀਂ ਹੁੰਦੀ। ਭਗਤ ਤਾਂ ਇੱਕ ਮਿਲ ਜਾਵੇ, ਉਹ ਸਾਰੀ ਕਾਇਨਾਤ ਨੂੰ ਤਾਰ ਲੈਂਦਾ ਹੈ। ਤੇ ਜਿੰਨੀ ਦੇਰ ਤੱਕ ਭਗਤ ਨਾ ਮਿਲੇ ਤੇ 100 ਗਿਆਨੀ, 100 ਅਗਿਆਨੀ, 100 ਅਨਾੜੀ ਅਸੰਤ ਇਕੱਠੇ ਹੋ ਜਾਣ, ਉਹ ਭਗਤਾਂ ਦੀ ਰੀਸ ਨਹੀਂ ਕਰ ਸਕਦੇ। ਸੋ ਕਈਆਂ ਨੇ ਹੁੰਦਾ ਹੈ ਜੀ, ਉਹ ਬੜਾ ਸੁਣਾਉਂਦਾ ਜੀ ਗੱਲ, ਉਹਦੇ ਕੋਲ ਚੱਲੋ, ਉਹਦੀ ਅਵਸਥਾ ਹੈ, ਉਹਦੀ ਅਵਸਥਾ। ਹਜੇ ਮਤਲਬ ਤੁਹਾਨੂੰ ਪਤਾ ਹੀ ਨਹੀਂ ਲੱਗਾ ਵੀ ਤੁਸੀਂ ਕਰਦੇ ਕੀ ਫਿਰਦੇ ਹੋ। ਉਹ ਸੰਤ ਇੱਕ ਮਿਲ ਜਾਵੇ ਫਿਰ ਲੋੜ ਹੀ ਨਹੀਂ ਪੈਂਦੀ। ਸੋ ਗੁਰ ਕਰੋ ਜੇ ਬੋਹਰ ਨਾ ਕਰਨਾ। ਗੁਰੂ ਹੀ ਗੁਰਮੁਖ ਦੇ ਨਾਲ ਹੀ ਮਿਲਾਪ ਉਹ ਕਰੋ ਵੀ ਬਸ ਉਹ ਗੁਰਮੁਖ ਮਿਲ ਜਾਵੇ, ਬਸ ਸਾਰੇ ਕਿਲੋਮੀਟਰ ਤੇ ਜਿਹੜਾ ਸੀਗਾ ਨਾ ਸਫ਼ਰ ਖਤਮ। ਬਾਬਾ ਜੀ ਇਹਦੇ ਤੋਂ ਅੱਗੇ ਤਾਂ ਕੁਛ ਹੈ ਹੀ ਨਹੀਂ, ਐ ਮੰਨ ਲਓਗੇ ਫਿਰ ਅੱਗੇ ਕਹਾਣੀ ਚੱਲਣੀ। ਹੁਣ ਗੁਰਬਾਣੀ ਗੁਰੂ ਤੋਂ ਵੀ ਪਰੇ ਕੋਈ ਹੈ ਚੀਜ਼, ਜਾਂ ਪੂਰਨ ਸਾਧੂਆਂ ਤੋਂ ਬਿਨਾਂ ਵੀ ਜਿਨ੍ਹਾਂ ਦਾ ਆਪਾਂ ਨੂੰ ਸੰਗ ਮਿਲਿਆ, ਇਹਨਾਂ ਤੋਂ ਉੱਪਰ ਕੋਈ ਹੈ ਚੀਜ਼? ਇਹਨਾਂ ਦੇ ਸੰਗ ਤੋਂ ਬਾਵਜੂਦ ਵੀ ਦਰ ਦਰ ਤੇ ਭਟਕਣਾ, ਬੜੀ ਲਾਹਨਤ ਆ ਸਾਡੇ ਉੱਤੇ। ਪੂਰਨ ਸਾਧੂ ਦਾ, ਪੂਰਨ ਗੁਰਬਾਣੀ ਗੁਰੂ ਦਾ ਸੰਗ ਮਿਲਿਆ ਹੋਵੇ ਤੇ ਉਸ ਤੋਂ ਬਾਅਦ ਮਨ ਦੇ ਵਿੱਚ ਇੱਛਾ ਹੈ ਬਈ ਮੈਨੂੰ ਤਾਂ ਬਈ ਤਸੱਲੀ ਨਹੀਂ ਹੋਈ। ਜਾਂ ਤਾਂ ਤਸੱਲੀ ਕਰਾਉਣ ਵਾਲਾ ਮਾੜਾ ਸੀ ਵੀ ਜਿਹੜਾ ਤੁਹਾਡੀ ਤਸੱਲੀ ਨਹੀਂ ਕਰਾ ਸਕਿਆ, ਜਾਂ ਤਾਂ ਤਸੱਲੀ ਕਰਾਉਣ ਵਾਲਾ ਅਧੂਰਾ ਸੀ, ਤੇ ਜਾਂ ਫਿਰ ਤੁਸੀਂ ਅਧੂਰੇ ਹੋ ਵੀ ਜਿਹੜੀਆਂ ਇੰਨੀਆਂ ਸੁਣ ਕੇ ਵੀ ਤਸੱਲੀ ਨਹੀਂ ਹੋਈ ਹਜੇ ਮਨ ਦੀ। ਤੇ ਫਿਰ ਤਾਂ ਲਾਹਨਤਾਂ ਹੀ ਆ ਸਾਡੇ ਕੋਲ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਉੱਪਰ ਸਾਨੂੰ ਤਸੱਲੀ ਨਹੀਂ ਹੋਈ, ਜਾਂ ਇਹਨਾਂ ਦੇ ਗਿਆਨ ਤੋਂ ਸਾਡਾ ਮਨ ਨਹੀਂ ਮੰਨਿਆ, ਜਾਂ ਸਾਧੂਆਂ ਦੇ ਗਿਆਨ ਤੋਂ ਸਾਡਾ ਮਨ ਨਹੀਂ ਮੰਨਿਆ, ਤੇ ਫਿਰ ਕਿਤੇ ਤਸੱਲੀ ਹੋ ਵੀ ਨਹੀਂ ਸਕਦੀ। ਪਤਾ ਨਹੀਂ ਕਿੰਨੇ ਕੁ ਜਨਮ ਫਿਰ ਲੈਣੇ ਪੈਣਗੇ, ਉਹ ਤਸੱਲੀਆਂ ਹੀ ਕਰਾਉਣਗੇ। ਫਿਰ ਤਾਂ 5 ਕਰਾਉਣਗੇ ਤਸੱਲੀਆਂ। ਗੁਰਮਤਿ ਤੋਂ ਉੱਪਰ ਕੀ ਆ, ਗੁਰਬਾਣੀ ਤੋਂ ਉੱਪਰ ਕੀ ਆ ਵੀ ਜਿਹੜੀ ਤਸੱਲੀ ਨਹੀਂ ਹੁੰਦੀ ਵੀ। ਤਸੱਲੀ ਫਿਰ ਤਾਂ ਤਸੱਲੀ ਕਰਾਵੇਗਾ ਕਾਲ, ਫਿਰ ਐਸੀ ਤਸੱਲੀ ਕਰਾਵੇਗਾ ਵੀ ਫਿਰ ਸਮਝ ਨਹੀਂ ਆਉਂਦੀ ਹੁੰਦੀ ਵੀ ਕਿਵੇਂ ਹੁੰਦੀ ਤਸੱਲੀ। ਫਿਰ ਉਹ ਦੱਸਣਾ ਪੈਂਦਾ। ਜਾਂ ਤਾਂ ਸਾਧੂਆਂ ਤੋਂ ਤਸੱਲੀ ਕਰ ਲਓ। ਜੇ ਸਾਧੂ ਤੋਂ ਜਿਹੜਾ ਥਿੜਕਿਆ, ਜਿਹੜਾ ਗੁਰਬਾਣੀ ਤੋਂ ਥਿੜਕਿਆ,
ਉਹ ਕਹਿੰਦੇ ਵੀ ਵਹੀ ਤੁਹਾਨੂੰ ਕਹਿੰਦੇ ਸਨ ਨਾ ਤੁਹਾਡੇ ਵੱਸ ਦਾ ਨਹੀਂ, ਸਾਡੇ ਵੱਸ ਦਾ, ਇੱਧਰ ਕਰੋ ਇਹਦੀ, ਅਸੀਂ ਕਰਾਉਣੇ ਆ ਤਸੱਲੀ। ਫਿਰ ਉਹਦੀ ਤਸੱਲੀ ਕਰਾਉਂਦੀ ਮਾਇਆ। ਜਦੋਂ ਉਹ ਰੋਂਦਾ ਦੁੱਖਾਂ ਦੇ ਵਿੱਚ, ਜਦੋਂ ਉਹ ਵਿਚਾਰਾਂ ਦੇ ਵਿੱਚ ਵਿਲਕਦਾ, ਜਦੋਂ ਸਰੀਰ ਦਾ ਰੋਮ ਰੋਮ ਉਹਨੂੰ ਕੁੱਟ ਪਾਉਂਦਾ, ਜਦੋਂ ਬੁਢੇਪੇ 'ਚ ਜਾ ਕੇ ਸਰੀਰ ਦਾ ਜੋੜ ਜੋੜ ਰੋਮ ਰੋਮ ਦੁਖਦਾ ਨਾ, ਇੱਥੇ ਵਾਹ ਹੋ ਗਈ, ਇੱਥੇ ਗੋਡੇ ਦੁਖਦੇ ਨੇ, ਮੋਢੇ ਦੁਖਦੇ ਨੇ, ਫਿਰ ਸਰੀਰ ਮਾਇਆ, ਇਹ ਸਰੀਰ ਆ, ਇਹ ਸਰੀਰ ਸਭ ਮੂਲ ਹੈ ਮਾਇਆ। ਇਹ ਇੱਕ ਇੱਕ ਰੋਮ ਮਾਰਦਾ ਫਿਰ ਉਹਦੇ ਤੇ ਡੰਗ, ਜਿਵੇਂ ਬਿੱਛੂ ਡੰਗ ਮਾਰਦਾ, ਇਸ ਤਰ੍ਹਾਂ ਬੁਢੇਪੇ 'ਚ ਜਾ ਕੇ ਸਰੀਰ ਡੰਗ ਮਾਰਦਾ, ਫਿਰ ਚੀਕਾਂ ਮਾਰਦਾ, ਕਹਿੰਦਾ ਹੋਈ ਤਸੱਲੀ। ਮੰਨਦਾ ਰੱਬ ਨੂੰ, ਮੰਨਦਾ ਗੁਰਬਾਣੀ ਗੁਰੂ ਦੀ ਗੱਲ, ਹਾਂ ਹੁਣ ਮੰਨਦਾ ਜੀ, ਹੁਣ ਮਿਲਾ ਦਿਓ ਕੋ ਸਾਧੂ। ਕਹਿੰਦਾ ਜਰ ਆਈ ਜੋਬਨ ਹਾਰਿਆ, ਜੋਬਨ ਹਾਰ ਗਿਆ, ਜਰ ਆ ਗਿਆ, ਹੁਣ ਧਰਮ ਕਮਾਉਣ ਨੂੰ ਚੱਲਿਆ। ਬੁਢੇਪਾ ਆ ਗਿਆ, ਸਰੀਰ ਬਿੱਛੂ ਤਰ੍ਹਾਂ ਡੰਗ ਮਾਰਨ ਡਿਆ, ਕਦੇ ਕਿਤੋਂ ਕਦੇ ਕਿਥੋਂ। ਹੁਣ ਕਹਿੰਦਾ ਵੀ ਰੱਬ ਜੀ, ਰੱਬ ਜੀ ਹੁਣ ਰੱਬ ਜੀ ਤਾਂ ਹੈਗੇ ਨੇ, ਪਰ ਤੂੰ ਰੱਬ ਜੀ ਨੂੰ ਪਕੜਨ ਜੋਗਾ ਨਹੀਂ ਨਾ ਰਿਹਾ ਹੁਣ। ਇਸ ਕਰਕੇ ਜਦੋਂ ਬੋਇਥਾ ਮਿਲ ਜੇ, ਵਾਹਿਗੁਰੂ ਨਾਮ ਦਾ ਜਹਾਜ਼ ਮਿਲ ਜੇ, ਬਸ ਚੜ ਜਾਓ, ਮੰਨ ਲਓ। ਆਪ ਦੇ ਆਪ ਨੂੰ ਜਿਹੜਾ ਬੰਦਾ ਵਕਾਰੀ ਮੰਨ ਕੇ ਚੜ ਜਾਂਦਾ ਹੈ ਨਾ, ਉਹ ਤਾਂ ਜਾਂਦਾ ਨਿਕਲ ਪਾਰ। ਜਿਹੜਾ ਕਹਿੰਦਾ ਵੀ ਮੈਨੂੰ ਤੈਰਨਾ ਨਹੀਂ ਆਉਂਦਾ, ਹਮੇਸ਼ਾ ਡੁੱਬਦਾ ਕੌਣ ਹੁੰਦਾ ਹੈ? ਜਿਹੜਾ ਕਹਿੰਦਾ ਮੈਨੂੰ ਤੈਰਨਾ ਆਉਂਦਾ ਹੈ ਉਹੀ ਨਹਿਰ 'ਚ ਡੁੱਬਦਾ ਹੈ, ਤੇ ਜਿਹੜਾ ਕਹਿੰਦਾ ਮੈਨੂੰ ਤੈਰਨਾ ਹੀ ਨਹੀਂ ਆਉਂਦਾ ਉਹ ਤਾਂ ਛਾਲ ਹੀ ਨਹੀਂ ਮਾਰਦਾ, ਉਹ ਤਾਂ ਵਿਚਾਰਾ ਪੁਲ ਤੇ ਬੈਠਾ ਰਹਿੰਦਾ, ਉਹ ਵੀ 2 ਫੁੱਟ ਪਰਾਂ ਹੋ ਕੇ ਵੀ ਵੇਖੀ ਕਿਤੇ ਡਿੱਗ ਹੀ ਨਾ ਪਈਏ। ਉਹ ਤਾਂ ਗਰੀਬ ਨੇ ਪਰਾਂ ਬਹਿਣਾ ਹਾਂਜੀ। ਤੇ ਡੁੱਬਣ ਵਾਲਾ ਮਾਰਦਾ ਹੁੰਦਾ ਨਹਿਰ 'ਚ ਛਾਲ, ਤੇ ਉਹ ਕਿਤੇ ਝੁੱਲ ਜ਼ਿਆਦੇ ਵੱਜ ਗਈ, ਕਿਤੇ ਥੱਲੇ ਗਾਰੇ 'ਚ ਪੈਰ ਰੜ ਗਿਆ, ਕਿਤੇ ਪਾਣੀ ਤੇਜ਼ ਆ ਗਿਆ, ਜਾਂ ਕੋਈ ਬੌਲੀ ਇੱਕ ਦੀ ਘੱਟ ਵੱਧ ਵੱਜ ਗਈ। ਸੋ ਜਿਹੜਾ ਤਾਂ ਕਹਿੰਦਾ ਜੀ ਹੈ ਮੈਂ ਮੂਰਖ, ਮੈਨੂੰ ਕੱਢ ਲਓ ਜੀ, ਮੈਨੂੰ ਦੱਸ ਦਿਓ ਜੀ, ਬਸ ਜਿਵੇਂ ਜਿਵੇਂ ਕਹੋਗੇ ਉਵੇਂ ਉਵੇਂ ਹੀ ਚੱਲੂਗਾ, ਮੈਂ ਮੇਰੀ ਚਲਾਕੀ ਨਹੀਂ ਕੋ ਵਰਤਦਾ ਜੀ, ਉਹ ਤਾਂ ਜਾਵੇਗਾ ਨਿਕਲ। ਜਿਹੜਾ ਕਹਿੰਦਾ ਵੀ ਆਪਣੇ ਵਰਗਾ ਤਾਂ ਕੋਈ ਹੈ ਹੀ ਨਹੀਂ ਗ੍ਰੇਟ, ਵੀ ਮੈਂ ਗੁਰੂ ਦੇ ਗਿਆਨ ਤੋਂ ਉੱਪਰ ਮੇਰਾ ਗਿਆਨ ਆ, ਜਾਂ ਵੀ ਜਿਵੇਂ ਮੈਂ ਤਾਂ ਜੀ ਕਹਿੰਦਾ 10 ਦੀ ਸੁਣਦਾ ਪਰ ਕਰਦਾ ਆਪਦੇ ਮਨ ਦੀ ਆ। ਮੈਂ ਕਿਹਾ 10 ਦੀ ਸੁਣ ਕੇ ਵੀ ਤੇਰੇ ਆਪਦੇ ਮਨ ਦੀ ਨਹੀਂ ਟੁੱਟੀ। ਸੁਣੋ ਸਭ ਦੀ ਜੀ, ਕਹਿੰਦਾ ਪਰ ਕਰੋ ਮਨ ਦੀ। ਮੈਂ ਕਿਹਾ ਇਹ ਦੁਨੀਆ ਵਿੱਚ ਗੱਲਾਂ ਚੱਲ ਸਕਦੀਆਂ ਨੇ, ਪਰ ਲਿਵ ਦੇ ਰਸਤੇ ਤੇ ਇਹ ਚੀਜ਼ ਨਹੀਂ ਚੱਲਦੀ ਹੁੰਦੀ ਵੀ ਸੁਣੋ ਸਭ ਦੀ ਕਰੋ ਮਨ ਦੀ। ਫਿਰ ਤਾਂ ਤੂੰ ਕਿਸੇ ਦੀ ਵੀ ਨਹੀਂ ਸੁਣੀ। ਜੇ 10 ਦੀ ਸੁਣ ਕੇ ਵੀ ਤੂੰ ਆਪਦੇ ਮਨ ਦੀ ਕਰਨੀ ਆ, ਫਿਰ ਉਹ ਤਾਂ 10 ਝੂਠੇ ਕਰਤੇ ਤੈਂ। ਇਹ ਨਹੀਂ ਹੁੰਦਾ ਵੀ ਸੁਣੋ ਸਭ ਦੀ ਕਰੋ ਮਨ ਦੀ। ਜਿਹਨੇ ਧਰਮ ਕਮਾਉਣਾ ਉਹ ਇਹ ਥੋੜੀ ਨਾ, ਉਹ ਤਾਂ ਫਿਰ ਜਿਹਦੀ ਸੁਣੋ ਉਹਦੀ ਕਰੋ, ਇੱਥੇ ਸਮਰਪਣ ਆ। ਇਹ ਕੀ ਵੀ 10 ਦੀ ਸੁਣ ਲਈ, ਵੀ ਜਿਹਦੀ ਚੰਗੀ ਲੱਗੀ ਓਨੀ ਕੁ ਮੰਨ ਲਈ, ਇਹ ਤਾਂ ਤੂੰ ਨਿਕਲ ਹੀ ਨਹੀਂ ਸਕਦਾ। ਫਿਰ ਤੂੰ ਆਪ ਦੀ ਤਾਂ ਛੱਡੀ ਨਹੀਂ, ਛੱਡਣੀ ਤਾਂ ਆਪ ਦੀ ਸੀ, ਆਪ ਦੀ ਤਾਂ ਛੱਡੀ ਨਹੀਂ। ਬਰਨਾਲੇ ਵਾਲੇ ਦੀ ਵੀ ਸੁਣ ਲਈ, ਮਲੋਟ ਵਾਲੇ ਦੀ ਵੀ ਸੁਣ ਲਈ, ਮੋਗੇ ਵਾਲੇ ਦੀ ਵੀ ਸੁਣ ਲਈ, ਹਸਾਰ ਹਾਂਸੀ ਸੋਨੀਪਤ ਪਾਣੀਪਤ ਵਾਲੇ ਦੀ ਵੀ ਸੁਣ ਲਈ, ਤੇ ਮੰਨੀ। ਕਹਿੰਦਾ ਕਰੋ ਆਪਦੇ ਮਨ ਦੀ, ਐ ਬਿਲਕੁਲ ਕਹੂਗਾ ਠੋਕ ਕੇ। ਫਿਰ ਤਾਂ ਭਾਈ ਜੇ ਤੂੰ ਮਨ ਦੀ ਕਰਨੀ ਹੈ, ਫਿਰ 10 ਦੀ ਸੁਣਦਾ ਕਿਉਂ ਆ? ਫਿਰ ਸੁਣਨ ਦਾ ਫਾਇਦਾ ਕੀ ਆ? ਫਿਰ ਆਪਦੇ ਮਨ ਦੀ ਉਹ ਕਰ ਲਾ ਭਾਈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੁਣ ਲਈਏ ਨਾ, ਉਦੋਂ ਫਿਰ ਮਨ ਦੀ ਨਹੀਂ ਕਰੀਦੀ ਹੁੰਦੀ। ਜਦੋਂ ਗੁਰਬਾਣੀ ਦੀ ਸੁਣ ਲਈ ਨਾ, ਉਦੋਂ ਨਹੀਂ ਫਿਰ ਮਨ ਦੀ ਕਰਨੀ। ਜਿਹੜਾ ਗੁਰਬਾਣੀ ਗੁਰੂ ਦੀ ਸੁਣ ਕੇ, ਪੂਰਨ ਸਾਧੂਆਂ ਦੇ ਵਚਨ ਦੀ ਸੁਣ ਕੇ ਵੀ ਕਹਿੰਦਾ ਸੁਣੋ ਸਭ ਦੀ ਤੇ ਕਰੋ ਮਨ ਦੀ, ਉਹ ਨਹੀਂ ਨਿਕਲ ਸਕਦਾ। ਉਹ ਡੁੱਬਿਆ ਹੀ ਡੁੱਬਿਆ। ਉਹਨੂੰ ਤਾਂ ਫਿਰ ਐਸੀ ਮਨ ਦੀ ਕਰਾਉਂਦੇ ਆ ਨਾ, ਉਹ ਫਿਰ ਆਪ ਦੇ ਮੁੱਖੋਂ ਦੱਸਦਾ ਵੀ ਆਹ ਬਣ ਗਈ ਜੀ ਸਾਡੇ ਨਾਲ। ਤਾਂ ਇਹ ਸੱਚ ਆ ਵੀ ਸੁਣੋ ਸਭ ਦੀ ਕਰੋ ਮਨ ਦੀ, ਫਿਰ ਉਹਦਾ ਰਸਤਾ ਨਹੀਂ ਚੱਲਦਾ। ਉਹਦਾ ਕਹਿੰਦਾ ਵੀ ਆਹ ਸਾਧੂ ਦੀ ਸੁਣ ਲਾ, ਬਸ ਇਹਦੇ ਮਨ ਦੀ ਹੁਣ ਕਰਨੀ ਆ, ਆਪਦੇ ਮਨ ਦੀ ਤਾਂ ਕਰਕੇ ਦੇਖ ਲਈ। ਇਹਦੇ ਮਨ ਚ ਕੀ ਆ, ਇਹ ਆਪਾਂ ਨੂੰ ਕੀ ਕਰਾਉਣਾ ਚਾਹੁੰਦਾ, ਇਹ ਕਰਨੀ ਆ ਹੁਣ ਬਸ। ਇਹ ਜਨਮ ਤੁਹਾਰੇ ਲੇਖੇ ਵੀ ਹੁਣ ਗੁਰਬਾਣੀ ਕੀ ਕਹਿੰਦੀ ਆ, ਇਹ ਕਰਨੀ ਆ ਆਪਾਂ ਬਸ। ਹੁਣ ਆਪਦੇ ਮਨ ਦੀ ਨਹੀਂ, ਸੁਣੋ ਵੀ ਸਾਧੂ ਦੀ ਤੇ ਕਰੋ ਵੀ ਫਿਰ ਸਾਧੂ ਦੇ ਮਨ ਦੀ। ਸਾਧੂ ਦਾ ਮਨ ਕੀ ਕਹਿੰਦਾ? ਕਹਿੰਦੇ ਤੁਸੀਂ ਦੱਸੋ ਜੀ, ਤੁਸੀਂ ਕੀ ਕਹਿੰਦੇ ਹੋ ਵੀ ਹੁਣ ਅਸੀਂ ਕੀ ਕਰੀਏ? ਬਸ ਸਾਨੂੰ ਨਹੀਂ ਪਤਾ, ਬੈਠੇ ਭੋਏ ਤੇ। ਹੁਣ ਦੱਸੋ ਕੀ ਕਰੀਏ, ਬੋਲੋ। ਦਰ ਤੇ ਆ ਗਏ ਜੀ, ਕੋਈ ਵਿਚਾਰ ਨਹੀਂ ਲਵਾਂਗੇ ਤੁਹਾਡੇ ਦੇਸ਼ ਤੋਂ ਬਿਨਾਂ। ਗੁਰਬਾਣੀ ਗੁਰੂ ਦੇ ਸਾਧੂਆਂ ਨੂੰ, ਪੂਰਨ ਸਾਧੂ ਜਿਹੜੇ ਭੇਜ ਦਿੰਦੇ, ਦੱਸੋ ਜੀ ਹੁਣ ਤੁਸੀਂ ਦੱਸੋ ਕੀ ਕਰਨੀ ਆ, ਬਸ ਉਹ ਨਿਕਲੂਗਾ ਪਾਰ। ਉਹ ਥੋੜੀ ਨਾ ਵੀ ਇਹਦੇ ਤੋਂ ਵੀ ਫੋਨ ਕਰਕੇ ਪੁੱਛ ਲਿਆ, ਸੰਗਤ ਕਰਕੇ ਪੁੱਛ ਲਿਆ, ਉਹਦੇ ਤੋਂ ਵੀ ਪੁੱਛ ਲਿਆ, ਫਿਰ ਅੰਦਾਜ਼ੇ ਜੇ ਲਾਈ ਜਾਵੇ ਵੀ ਯਾਰ ਕਹਿੰਦਾ ਤਾਂ ਉਹ ਵੀ ਆ ਸੀ, ਚਲੋ ਇੰਨੀ ਕੁ ਉਹਦੀ ਮੰਨ ਲੈਨੇ ਆ, ਇੰਨੀ ਕੁ ਉਹਦੀ ਮੰਨ ਲੈਨੇ। ਉਹ ਨਹੀਂ ਨਿਕਲਦਾ, ਉਹ ਤਾਂ ਦੁਚਿੱਤੀ ਤਾਂ ਤੋੜਨੀ ਆ। ਫਿਰ ਇਸ ਕਰਕੇ ਫਿਰ 20-20 30-30 ਪ੍ਰਚਾਰਕ ਸੁਣੀ ਜਾਂਦਾ, ਕਰਦਾ ਕਿਸੇ ਦੀ ਵੀ ਨਹੀਂ।
ਉਹ ਹੋਰ ਕਰਨ ਲੱਗ ਜਾਂਦਾ। ਇੱਕ ਦੀ ਸੁਣ ਕੇ ਉਹਦੇ ਵਿੱਚ ਸੁਣ ਕੇ ਨਾ ਦੂਜੇ ਨੂੰ ਉਹਦੇ ਸਵਾਲ ਕਰੀ ਜੇਗਾ, ਮੈਂ ਸੁਣ ਕੇ ਆਇਆ ਜੀ, ਇਹਦਾ ਕੀ ਮਤਲਬ ਆ। ਦੂਜੇ ਦੀ ਸੁਣ ਕੇ ਤੀਜੇ ਨੂੰ ਉਹਦੇ ਸਵਾਲ ਪੁੱਛੀ ਜੇਗਾ। ਉਹਨਾਂ ਦਾ ਆਪਸ ਚ ਮਨ ਕਰੇ ਲੜਾ ਦੇ ਉਹਨਾਂ ਨੂੰ ਵੀ ਉਹ ਤਾਂ ਐਂ ਕਹਿੰਦਾ ਸੀ ਜੀ, ਮੈਂ ਉੱਥੋਂ ਐ ਸੁਣ ਕੇ ਆਇਆ ਜੀ। ਮਨ ਦੀ ਦੁਚਿੱਤੀ ਟੁੱਟੀ ਨਹੀਂ, ਤੋੜਨੀ ਦੁਚਿੱਤੀ ਸੀ। ਸਿਮਰਨ ਕਿਉਂ ਕਰਨਾ, ਗੁਰਬਾਣੀ ਕਿਉਂ ਪੜ੍ਹਨੀ ਹੈ? ਦੁਚਿੱਤੀ ਟੁੱਟ ਜਾਵੇ, ਮਨ ਮੰਨ ਜਾਵੇ। ਗੁਰੂ ਕੀ ਕਹਿੰਦਾ, ਗੁਰ ਕੀ ਮਤ ਤੂੰ ਲੇਹ ਇਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਗੁਰੂ ਦੀ ਮੱਤ ਲੈ ਲਾ ਤੂੰ। ਭਗਤੀ ਬਿਨਾ ਬਹੁਤ ਸਿਆਣੇ ਡੁੱਬ ਗਏ ਆ। ਆਪਾ ਖਤਮ ਕੀਤੇ ਬਿਨਾ ਬਹੁਤ ਸਿਆਣੇ ਡੁੱਬ ਗਏ ਆ। ਜਿਨ੍ਹਾਂ ਨੇ ਸਾਧੂ ਦੇ ਮਨ ਦੀ ਨਹੀਂ ਕੀਤੀ ਉਹ ਸਾਰੇ ਡੁੱਬ ਗਏ ਆ। ਸਾਧੂ ਬੋਲ, ਸਾਧੂ ਤੋਂ ਪੁੱਛੋ ਤੂੰ ਕੀ ਕਹਿਣਾ, ਤੂੰ ਦੱਸ ਅਸੀਂ ਕੀ ਕਰੀਏ। ਸਾਧੂ ਕਹਿੰਦਾ ਆ ਨਾਮ ਜਪ, ਬਸ ਜਪ, ਫਿਰ ਖਤਮ। ਹੋਰ ਕੀ ਕਰੀਏ ਜੀ। ਆ ਜਤ ਸਤ ਸੰਜਮ ਦਾ ਧਾਰਨੀ ਬਣ। ਆ ਕਾਮ ਕ੍ਰੋਧ ਲੋਭ ਹੰਕਾਰ ਦਾ ਸੰਗ ਛੱਡ। ਉਹਨੂੰ ਤੂੰ ਇਹ ਕਹਿਣਾ ਮੇਰੇ ਤੋਂ ਛੱਡਿਆ ਨਹੀਂ ਜਾਂਦਾ, ਮੈਨੂੰ ਐ ਤੰਗ ਕਰਦੇ ਆ, ਉਹ ਫਿਰ ਰਾਹ ਦੱਸੂਗਾ। ਫਿਰ ਤੰਗ ਕਰਦੇ ਆ, ਫਿਰ ਰਾਹ ਦੱਸੂਗਾ। ਫਿਰ ਤੰਗ ਕਰਦੇ ਆ, ਫਿਰ ਰਾਹ ਦੱਸੂਗਾ। ਉਹ ਫਿਰ ਉਹਦੀ ਜ਼ਿੰਮੇਵਾਰੀ ਆ ਵੀ ਕਿਵੇਂ ਛਡਾਉਣਾ ਹੈ। ਤੂੰ ਛੱਡਣ ਵਾਲਾ ਬਣ, ਤੂੰ ਜਪਣ ਵਾਲਾ ਬਣ। ਇਹ ਫਿਰ ਜਪਣਾ, ਜਿੱਥੇ ਰੁਕਾਵਟ ਪੁੱਛੋ, ਜਿੱਥੇ ਰੁਕਾਵਟ ਫਿਰ ਪੁੱਛੋ, ਫਿਰ ਉਹਦੀ ਜ਼ਿੰਮੇਵਾਰੀ ਆ ਉਹ ਜਪਣੇ, ਉਹ ਜਪੇ ਦੱਸੇ। ਜਿਹਦਾ ਪੂਰਨ ਉਹ ਫਿਰ ਜਪਾ ਕੇ ਦਿਖਾਊ, ਤੇ ਤੂੰ ਪੂਰਨ ਹੋਵੇਂ ਤੇ ਤੂੰ ਉਹਨੂੰ ਸਮਰਪਣ ਕਰਕੇ ਦਿਖਾ। ਸਿੱਖ ਗੁਰੂ ਨੂੰ ਸਮਰਪਣ ਕਰਨ ਵਾਲਾ ਹੋਵੇ ਤੇ ਗੁਰੂ ਪੂਰਾ ਹੋਵੇ ਤੇ ਮਾਲਕ ਮਿਲਦਾ ਕਿਵੇਂ ਨਹੀਂ। ਫਿਰ ਜਿਆਦਾ ਗੁਰੂ ਮਾੜਾ ਤੇ ਜਾਂ ਸਿੱਖ ਮਾੜਾ, ਜਿਹੜਾ ਰੱਬ ਨਹੀਂ ਮਿਲਦਾ ਪਿਆ। ਗੁਰੂ ਸਿੱਖ ਕਵੇ ਵੀ ਮੈਂ, ਤੁਸੀਂ ਕਹੋ ਜੀ ਮੈਂ ਬੋਲੋ, ਫਿਰ ਤਾਂ ਗੁਰੂ ਜੇ ਮਾੜਾ ਹੋਊਗਾ, ਗੁਰੂ ਉਹ ਗੁਰਮੁਖ ਉਹ ਟੀਚਰ ਉਹ ਭੱਜਣ ਨੂੰ ਤਿਆਰ ਹੋ ਜਾਏਗਾ ਵੀ ਇਹ ਭਰਾਵਾ ਕਿੱਥੋਂ ਮੇਰੇ ਪਿੱਛੇ ਪੈ ਗਿਆ। ਤੇ ਜੇ ਪੂਰਨ ਹੋਊਗਾ ਉਹ ਕਹੂਗਾ ਬੈਠ। ਕੀ ਰੁਕਾਵਟ ਆਉਂਦੀ ਆ? ਰੁਕਾਵਟ ਹੀ ਤਾਂ ਮਾਲਕ ਦੇ ਰਸਤੇ ਵਿੱਚ ਹਨੇਰਾ ਆ। ਜਦੋਂ ਰੁਕਾਵਟ ਹੀ ਹੈ ਨਹੀਂ ਕੋਈ, ਫਿਰ ਮਾਲਕ ਕਿਉਂ ਨਹੀਂ ਮਿਲਦਾ ਪਿਆ? ਰੁਕਾਵਟ ਕੱਢੋ, ਕਿੱਥੇ ਆ ਰੁਕਾਵਟ? ਕਿਉਂ ਨਹੀਂ ਮਾਲਕ ਮਿਲਦਾ ਪਿਆ? ਰੁਕਾਵਟ ਹੀ ਤਾਂ ਹੈ। ਕਿੱਥੇ ਆ? ਤੇਰੇ ਚ ਤੇ ਜਾਂ ਗੁਰੂ ਚ। ਤੇ ਗੁਰੂ ਜੇ ਪੂਰਾ ਤੇ ਫਿਰ ਸਿੱਖ ਵਿੱਚ ਰੁਕਾਵਟ ਹੈ, ਤੇ ਸਿੱਖ ਕੱਢੇ ਫਿਰ ਗੁਰੂ ਨਾਲ ਮਿਲ ਕੇ ਰੁਕਾਵਟ। ਤੇ ਉਹ ਗੁਰੂ ਕਾਹਦਾ ਜਿਹੜਾ ਰੁਕਾਵਟ ਨਾ ਕੱਢ ਸਕੇ, ਉਹ ਗੁਰਮੁਖਾਂ ਦਾ ਜਿਹੜਾ ਰਸਤਾ ਨਾ ਦੱਸ ਸਕੇ, ਫਿਰ ਤਾਂ ਉਹ ਹੋਰ ਹੀ ਆ। ਠੋਕ ਕੇ ਕਹਿ ਦੇਵੇ ਜਦੋਂ ਗੁਰਬਾਣੀ ਗੁਰੂ ਦਾ ਸਹਾਰਾ ਆ, ਮਾਲਕ ਨਾਲ ਮਿਲਾਪ ਹੁੰਦਾ ਕਿਵੇਂ ਨਹੀਂ? ਕਮਾਲ ਹੋ ਗਈ। ਫਿਰ ਤਾਂ ਸਿੱਖ ਮਾੜਾ ਹੈ ਵੀ ਜਿਹੜਾ ਚਾਹ ਪਾਣੀ ਪੀ ਕੇ ਬਸ ਵੀ ਸਾਡੇ ਵਿੱਚ ਕਮੀ ਆ, ਵੀ ਬਸ ਅਸੀਂ ਗੱਲਾਂ ਤੱਕ ਸਾਰਨਾ ਜਾਣਦੇ ਆ। ਜਦੋਂ ਗੁਰੂ ਕਹਿ ਦਿੰਦਾ, ਜਦੋਂ ਸਤਿਗੁਰ ਕਹਿ ਦਿੰਦੇ ਆ, ਜਦੋਂ ਗੁਰਬਾਣੀ ਚ ਕਹਿ ਦਿੰਦੇ ਵੀ ਆਹ ਕਰੋ, ਉਦੋਂ ਤਾਂ ਫਿਰ ਬੱਚੇ ਨੇ ਜੀ, ਫਿਰ ਉਦੋਂ ਕੀ ਉਹਨਾਂ ਦਾ ਕੀ ਕਰੀਏ ਜੀ। ਉਦੋਂ ਤਾਂ ਫਿਰ ਬੱਚੇ ਯਾਦ ਆ ਜਾਂਦੇ ਆ। ਜਦੋਂ ਕੋਈ ਬਚਨ ਕਮਾਉਣ ਦੀ ਵਾਰੀ ਆਵੇ ਉਦੋਂ ਦਾ ਪੈਸਾ ਯਾਦ ਆ ਜਾਂਦਾ, ਉਦੋਂ ਗ੍ਰਿਸ਼ਤ ਯਾਦ ਆ ਜਾਂਦੀ ਆ। ਇਹੀ ਰੁਕਾਵਟਾਂ ਆ। ਸਤਿਗੁਰ ਤਾਂ ਕਹਿ ਰਿਹਾ, ਸਤਿਗੁਰ ਸਭਨਾਂ ਦਾ ਭਲਾ ਮਨਾਈਦਾ, ਉਹ ਤਾਂ ਕਹਿ ਰਹੇ ਆ, ਹਰ ਵਕਤ ਕਹਿ ਰਹੇ ਆ, ਗੁਰਮੁਖ ਤਾਂ ਕਹਿ ਰਹੇ ਆ। ਫਿਰ ਹੁਣ ਕੌਲੀਆਂ ਮੁੱਧੀਆਂ ਮਾਰੀਆਂ, ਫਿਰ ਉਹ ਕੀ ਕਰਨਗੇ? ਸੋ ਭਾਈ ਰੋਮ ਰੋਮ ਖੋਲ ਕੇ ਚੱਲੋ, ਕਿਰਪਾ ਲੈਣ ਵਾਲੇ ਬਣੋ, ਕਿਰਪਾ ਦੇਣ ਦੀ ਕੋਈ ਕਮੀ ਨਹੀਂ। ਭੰਡਾਰੇ ਖੁੱਲੇ ਪਏ ਆ, ਥੋਕ ਇੰਨਾ ਪਿਆ ਹੋਇਆ ਵੀ ਗਾਹਾਂ ਲੈਣ ਵਾਲਾ ਹੀ ਨਹੀਂ ਕੋਈ ਹੈਗਾ। ਪੰਡਾਂ ਛੋਟੀਆਂ, ਉੱਥੇ ਗੁਰਮੁਖੀ ਕਰਨ। ਤੁਸੀਂ ਲੈਣ ਵਾਲੇ ਤਾਂ ਬਣੋ। ਗੁਰਬਾਣੀ ਗੁਰੂ ਦੇਣ ਨੂੰ ਜਿੰਨੀ ਮਰਜ਼ੀ ਕਿਰਪਾ ਲੈ ਲਓ, ਜਿੰਨੀ ਮਰਜ਼ੀ ਲੈ ਲਓ, ਗਿਆਨ ਦੀ ਲੈ ਲਓ, ਧਿਆਨ ਦੀ ਲੈ ਲਓ, ਜੁਗਤ ਦੀ ਲੈ ਲਓ, ਭੁਗਤ ਦੀ ਲੈ ਲਓ, ਮੁਕਤ ਦੀ ਲੈ ਲਓ, ਜੋ ਮਰਜ਼ੀ ਲੈ ਲਓ। ਖੁੱਲੇ ਭੰਡਾਰੇ ਲੱਗੇ ਆ। ਸਿੱਧਾ ਚੈਲੰਜ ਦੇ ਨਾਲ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਆਓ, ਜੋ ਮੰਗਦੇ ਹੋ ਮਿਲੇਗਾ, ਪਰ ਤਨ ਮਨ ਤੇ ਧਨ ਸੌਂਪਣਾ ਪਏਗਾ। ਉਵੇਂ ਨਹੀਂ ਵੀ ਗੱਲਾਂ ਬਾਤਾਂ ਨਾਲ ਆਪਾਂ ਕਹਿ ਦਈਏ ਵੀ ਕਿਰਪਾ ਮਿਲ ਜੇ, ਉਵੇਂ ਨਹੀਂ। ਜੋ ਕਵਾਂਗੇ ਉਹ ਫਿਰ ਮੰਨਣਾ ਪਏਗਾ। ਤਨ ਮਨ ਧਨ ਦੀ ਫੀਸ ਲੱਗੂਗੀ, ਵੀ ਜੇ ਕਿਤੇ ਫਿਰ ਸੂਖਮ ਵੀ ਫੁਰਨਾ ਲੈ ਆਓ। ਸੋ ਇੰਨੇ ਵਚਨ ਨੇ। ਕੋਖਰ ਵਾਧਾ ਘਾਟਾ ਸੰਗਤ ਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ।